दरिया जन्म हम कालख तोवै, सो कहो टल गुर सेवियै। अहनिस सहज सुबाए, दर्शन परसै गुरु कै। जन्म मरण दुख जाय, दर्शन परसै गुरु कै। जन्म मरण दुख जाय। सतनाम श्री वाहिगुरु साहिब जी। सलोक महला पहला। सबाही सालाह जिनी त्याया एक मन, सेई पूरे साह वक्त उपर लड़ मुए। सबाही सालाह जिनी त्याया एक मन, सेई पूरे साह वक्त उपर लड़ मुए। दूजै बहुते राह मन किया मति खिंडिया, बहुत पए असगाह गोते खाहे ना निकलै है। तीजै मुहि गिराह भुख तिखा दोए भौंकिया, खादा होए सुवाह पी खाने स्यों दोस्ती। चौथे आई ऊंघ अखी मीट पवार गया, पी उठ रची उन्वाद सैवरिया की पिड़ बधी। सभे वेला वक्त सब जे अठी पौ होए, नानक साहिब मन वसै सच्चा नावण होए। सभे वेला वक्त सब जे अठी पौ होए, नानक साहिब मन वसै सच्चा नावण होए। वाहिगुरु जी का खालसा, वाहिगुरु जी की फतेह। सच्चे पातशाह किरपा दे सागर, जागदी जोत, धन साहिब श्री गुरु ग्रंथ साहिब जी महाराज हजूर दी परम दया सदका इस सतसंगत दीयां घड़ियां दा पवित्र समा चौजी पातशाह जी दे महान पवित्र अस्थान तखत सचखंड श्री हजूर श्री अबचल नगर साहिब विखे आपां नूं प्राप्त होया है। सतगुरु जी दी पवित्र तुर की बाणी दी लड़ी बार कथा दा समा है। प्यार सहित हजूर दे चरनां विच अपने मन नूं जोड़दे होए महाराज जी दा अमृत उपदेश सरवण करिए। सतगुरु जी दे पावन चरनां दा ध्यान करदे होए आखो जी सतनाम श्री वाहिगुरु साहिब जी। सतनाम श्री
ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਗ ਮਾਝ ਦੀ ਇਹ 17ਵੀਂ ਪੌੜੀ ਸਮੇਤ ਸ਼ਲੋਕਾਂ ਦੇ ਕੱਲ ਇਸ ਸ਼ਬਦ ਦੀ ਆਰੰਭਤਾ ਹੋਈ ਸੀਗੀ। ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਮਹਾਰਾਜ ਭਾਗ ਲਾ ਰਹੇ ਹੈ। ਇੱਥੇ ਸਿੱਖਾਂ ਨੇ ਮਹਾਰਾਜ ਦੇ ਪਾਸ ਪ੍ਰਸ਼ਨ ਕੀਤੇ। ਚੌਹਾਂ ਹੀ ਸਿੱਖਾਂ ਦੇ ਪ੍ਰਸ਼ਨਾਂ ਦੇ ਉੱਤਰ ਮਹਾਰਾਜ ਜੀ ਨੇ ਇੱਕ ਹੀ ਸ਼ਬਦ ਵਿੱਚ ਬਖਸ਼ ਕੇ ਨਿਹਾਲ ਕੀਤਾ। ਪਹਿਲੇ ਸਿੱਖ ਨੇ ਪੁੱਛਿਆ ਸੀ, ਮਹਾਰਾਜ ਜਿਹੜਾ ਚੌਹਾਂ ਪਹਿਰਾਂ ਵਿੱਚੋਂ ਕਿਹੜਾ ਪਹਿਰ ਮਹਾਰਾਜ ਭਜਨ ਲਈ ਚੰਗਾ ਏ? ਤੇ ਹਜ਼ੂਰ ਨੇ ਕਿਹਾ ਸੀ ਸਬਾਹੀ ਸਾਲਾਹ, ਜਿਹੜਾ ਸੁਬਾਹ ਅੰਮ੍ਰਿਤ ਵੇਲੇ ਦਾ ਸਮਾਂ ਏ, ਇਹ ਵਾਹਿਗੁਰੂ ਦੀ ਵਡਿਆਈ ਕਰਨ ਦਾ ਏ। ਫਿਰ ਜਿਨ੍ਹਾਂ ਨੇ ਇੱਕ ਮਨ ਹੋ ਕਰਕੇ ਵਾਹਿਗੁਰੂ ਨੂੰ ਧਿਆਇਆ ਏ, ਉਹ ਮਹਾਰਾਜ ਕਹਿੰਦੇ ਭਾਈ ਪੂਰੇ ਸ਼ਾਹੂਕਾਰ ਨੇ। ਵਕਤ ਹੈ ਉੱਪਰ ਲੜ ਮੋਏ, ਅੰਮ੍ਰਿਤ ਵੇਲੇ ਦਾ ਸਮਾਂ ਅਮੋਲਕ ਜਾਣ ਕਰਕੇ ਉਹ ਫੁਰਨਿਆਂ ਦੇ ਨਾਲ ਲੜੇ ਐ ਤੇ ਫਿਰ ਸੰਕਲਪਾਂ ਵਿਕਲਪਾਂ ਤੋਂ ਉੱਪਰ ਉੱਠ ਕੇ ਜੀਵਤ ਭਾਵ ਤੋਂ ਮਰ ਗਏ। ਤੇ ਇਹ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦਾ ਦੱਸਿਆ ਕਿ ਭਾਈ ਉੱਤਮ ਜਿਹੜਾ ਨਾ ਇਹ ਅੰਮ੍ਰਿਤ ਵੇਲਾ ਏ ਵਾਹਿਗੁਰੂ ਦੇ ਭਜਨ ਕਰਨ ਦਾ। ਫਿਰ ਜਦੋਂ ਦੂਜਾ ਪਹਿਰ ਸ਼ੁਰੂ ਹੁੰਦਾ ਹੈ, ਫਿਰ ਬਹੁਤੇ ਰਾਹ ਮਹਾਰਾਜ ਕਹਿੰਦੇ ਨੇ ਪੈ ਜਾਂਦੇ ਐ। ਮਨ ਦੇ ਅੰਦਰ ਸੰਕਲਪ ਉੱਠਦੇ ਐ, ਧੰਦਿਆਂ ਦੇ ਰਾਹ ਜੀਵ ਤੁਰ ਪੈਂਦੇ ਐ। ਮਨ ਦੀਆਂ ਸਾਰੀਆਂ ਹੀ ਅਕਲਾਂ ਜਿਹੜੀਆਂ ਫਿਰ ਖਿੰਡ ਜਾਂਦੀਆਂ ਨੇ। ਬਹੁਤ ਜ਼ਿਆਦਾ ਧੰਦਿਆਂ ਦੇ ਅਸਗਾਹ ਡੂੰਘੇ ਸਮੁੰਦਰ ਵਿੱਚ ਪੈ ਕੇ ਫਿਰ ਵਿਹਾਰਾਂ ਦੇ ਅੰਦਰ ਫਸ ਕੇ ਗੋਤੇ ਖਾਂਦਾ ਹੈ। ਉਦੋਂ ਫਿਰ ਸਿਮਰਨ ਵਿੱਚ ਬਿਰਤੀ ਜੋੜਨ ਰੂਪ ਇਹਦੇ ਕੋਲੋਂ ਵਿਹਾਰਾਂ ਦੇ ਸਮੁੰਦਰ ਵਿੱਚੋਂ ਨਿਕਲਿਆ ਨਹੀਂ ਜਾਂਦਾ। ਤੀਜਾ ਪੈਰ ਜਦੋਂ ਹੁੰਦਾ ਹੈ, ਫਿਰ ਗਰਾਈ ਮੂੰਹ ਵਿੱਚ ਪਾਉਣ ਨੂੰ ਚਿੱਤ ਕਰਦਾ ਏ ਤੇ ਭੁੱਖ ਲੱਗ ਜਾਂਦੀ ਹੈ। ਤੇ ਭੁੱਖ ਤੇ ਅੰਦਰ ਆਵਾਜ਼ਾਂ ਦਿੰਦੀਆਂ ਨੇ, ਪੇਟ ਜਿਹੜਾ ਹੈ ਉਹ ਖਾਲੀ ਹੋ ਜਾਂਦਾ ਹੈ। ਫਿਰ ਖਾਧਾ ਹੋਏ ਸਵਾਹ, ਖਾਧਾ ਹੋਇਆ ਸਾਰਾ ਹੀ ਹਜ਼ੂਰ ਕਹਿੰਦੇ ਉਹ ਭਾਈ ਫਿਰ ਜਦੋਂ ਸਵਾਹ ਹੋ ਜਾਂਦਾ ਏ, ਭਾਵ ਵਿਸ਼ਟਾ ਦਾ ਰੂਪ ਹੀ ਬਣ ਜਾਂਦਾ ਹੈ। ਫਿਰ ਖਾਣ ਨਾਲ ਭੁੱਖ ਲੱਗਦੀ ਹੈ, ਦੋਸਤੀ ਮਿੱਤਰਤਾਈ ਕਰਦਾ ਹੈ। ਚੌਥਾ ਪਹਿਰ ਆਉਂਦਾ ਹੈ ਤੇ ਇਹਨੂੰ ਨੀਂਦ ਆ ਜਾਂਦੀ ਹੈ, ਅੱਖਾਂ ਮੀਟ ਕੇ ਸੌਂ ਜਾਂਦਾ ਜਿਵੇਂ ਪਰਲੋਕ ਨੂੰ ਹੀ ਚਲਿਆ ਗਿਆ ਹੋਵੇ। ਫਿਰ ਸਵੇਰੇ ਉੱਠਦਾ ਹੈ, ਜਦੋਂ ਭਜਨ 'ਚ ਨਹੀਂ ਚਿੱਤ ਜੋੜਦਾ, ਫਿਰ ਉਹੋ ਹੀ ਝਗੜੇ ਰਚ ਕੇ ਤੁਰ ਪੈਂਦਾ ਏ ਕੰਮਾਂ ਕਾਰਾਂ ਤੇ ਸੈ ਵਰਿਆਂ ਕੀ ਪਿੜ ਬੱਦੀ। ਮਹਾਰਾਜ ਨੇ ਕਿਹਾ ਸੀ ਕਿ ਇਹ ਸੈਂਕੜੇ ਵਰਿਆਂ ਦੀ ਜਿਹੜੀ ਇਹਨਾਂ ਸਾਲਾਂ ਦੀ ਸੋਚਦਾ ਬਾਜੀ ਬੰਨੀ ਹੋਈ ਹੈ, ਮੈਂ ਤਾਂ ਇੱਥੇ ਹੀ ਜਿਉਂਦੇ ਰਹਿਣਾ, ਬਾਕੀ ਸੰਸਾਰ ਨੇ ਮਰਨਾ, ਮੈਂ ਨਹੀਂ ਮਰਨਾ। ਇਸ ਤਰ੍ਹਾਂ ਦੀ ਮਹਾਰਾਜ ਨੇ ਫਰਮਾਇਆ ਕਿ ਮਨ ਦੇ ਅੰਦਰ ਵਿਚਾਰ ਕਰਦਾ ਏ। ਫਿਰ ਹਜ਼ੂਰ ਨੇ ਦੂਜੇ ਸਿੱਖ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਬਚਪਨ ਦਾ ਵੇਲਾ ਜਾਂ ਮਹਾਰਾਜ ਜਵਾਨੀ ਦੀ ਅਵਸਥਾ ਜਾਂ ਪ੍ਰੌਢਿਆ ਅਵਸਥਾ, ਇਹਨਾਂ ਅਵਸਥਾ ਵਿੱਚੋਂ ਉਮਰ ਦੀ ਕਿਹੜੀ ਅਵਸਥਾ ਭਜਨ ਕਰਨ ਲਈ ਚੰਗੀ ਹੈ? ਤੇ ਹਜ਼ੂਰ ਨੇ ਕਿਹਾ ਸੁਬਾਹ ਦੀ ਨਿਆਈ ਜਿਹੜਾ ਬਚਪਨ ਹੈ, ਅੰਮ੍ਰਿਤ ਵੇਲੇ ਦੀ ਨਿਆਈ। ਵਾਹਿਗੁਰੂ ਦੀ ਸਲਾਹ ਵਡਿਆਈ ਬਚਪਨ 'ਚ ਹੀ ਕਰਨੀ ਚਾਹੀਦੀ ਹੈ। ਜਿਨ੍ਹਾਂ ਨੇ ਬਚਪਨ 'ਚ ਹੀ ਇੱਕ ਮਨ ਹੋ ਕਰਕੇ ਵਾਹਿਗੁਰੂ ਨੂੰ ਧਿਆਇਆ ਏ ਤੇ ਹਜ਼ੂਰ ਨੇ ਕਿਹਾ ਉਹ ਪੂਰੇ ਸ਼ਾਹੂਕਾਰ ਬਣ ਜਾਂਦੇ ਆ ਬਚਪਨ ਦੇ ਵਕਤ ਸੇਰੀ, ਕਿਉਂਕਿ ਉਦੋਂ ਅਜੇ ਸੰਸਕਾਰ ਨਹੀਂ ਨਵੇਂ ਪਏ ਹੁੰਦੇ। ਮਨ ਜਿਹੜਾ ਨਾ ਇਹ 5 ਸਾਲ ਦੀ ਉਮਰ ਤੋਂ ਸਾਧ ਸੰਗਤ ਜੀ ਬਾਅਦ ਵਿੱਚ
ਵਕਾਰ ਜਿਹੜੇ ਆ ਉਹ ਅੰਦਰ ਪ੍ਰਬਲ ਹੁੰਦੇ ਆ, ਪ੍ਰਵੇਸ਼ ਕਰਦੇ ਆ। ਤੇ ਜਦੋਂ ਬਚਪਨ ਦੀ ਅਵਸਥਾ ਹੀ ਸਾਂਭ ਲਈ, ਭਾਵੇਂ ਕਿ ਬੱਚੇ ਨੂੰ ਸ਼ੁੱਧ ਬੋਲਣਾ ਨਹੀਂ ਆਉਂਦਾ ਹੁੰਦਾ, ਪਰ ਮਾਂ ਦੇ ਬੋਲਾਂ ਨਾਲ ਹੀ ਬੱਚਾ ਬੋਲ ਸਿੱਖਦਾ ਏ। ਉਹਨੂੰ ਪਹਿਲਾਂ ਸਮਝ ਪੈਂਦੀ ਹੈ, ਫਿਰ ਬੋਲਾਂ ਦਾ ਬੋਲਣਾ ਸਿੱਖਦਾ ਏ, ਫਿਰ ਬੋਲ ਮੂੰਹ ਤੋਂ ਉਚਾਰਨ ਕਰਨ ਲੱਗ ਜਾਂਦਾ ਹੈ। ਜਿਹੜੇ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਭਜਨ ਦੀ ਆਦਤ ਪਾਉਂਦੇ ਐ, ਅੰਮ੍ਰਿਤ ਵੇਲੇ ਦੀ ਆਦਤ ਪਾਉਂਦੇ ਐ, ਉਹ ਫਿਰ ਹੋਸ਼ ਸੰਭਾਲਦਿਆਂ ਸੰਗਤ ਕਰਨ ਲੱਗ ਜਾਂਦੇ ਆ ਤੇ ਆਪਣੇ ਜਿਹੜੇ ਚਿੱਤ ਦੇ ਅੰਦਰ ਖੇਡਾਂ ਦਾ ਪਿਆਰ ਇਹਦੇ ਤੋਂ ਉੱਪਰ ਉੱਠ ਪੈਂਦੇ ਆ। ਉਹਨਾਂ ਨੂੰ ਸਤ ਸੰਗਤ ਵਿੱਚ ਹੀ ਪਿਆਰ ਲੱਗ ਜਾਂਦਾ ਹੈ ਤੇ ਇਉਂ ਮਨ ਦੇ ਨਾਲ ਲੜਦੇ ਹੋਏ ਜੀਵਤ ਭਾਵ ਤੋਂ ਬਚਪਨ 'ਚ ਹੀ ਉਹ ਮਰ ਜਾਂਦੇ ਆ। ਉਹਨਾਂ ਦੀਆਂ ਖਾਸ਼ਾਂ ਅੰਦਰੋਂ ਉਹਨਾਂ ਨੂੰ ਖਾਸ਼ ਇੱਕੋ ਹੀ ਹੁੰਦੀ ਹੈ, ਭਜਨ ਕਰਨ ਦੀ, ਸਤ ਸੰਗਤ ਦੇ ਕਰਨ ਦੀ। ਜਦੋਂ ਦੂਜਾ ਪਹਿਰ ਆਉਂਦਾ ਹੈ, ਕਿਸ਼ੋਰ ਅਵਸਥਾ, ਜਵਾਨੀ ਚੜ੍ਹਦੀ ਹੈ, ਫਿਰ ਬਹੁਤੇ ਜਿਹੜੇ ਆ ਸੰਸਕਾਰਾਂ ਦੇ ਰਾਹ ਪੈ ਜਾਂਦਾ ਜੀਵ। ਤੇ ਮਹਾਰਾਜ ਨੇ ਫਰਮਾਇਆ ਕਿ ਮਨ ਦੀਆਂ ਜਿਹੜੀਆਂ ਅਕਲਾਂ ਨੇ ਉਹ ਸਾਰੀਆਂ ਫਿਰ ਵਕਾਰਾਂ ਵਿੱਚ ਖਿੰਡ ਜਾਂਦੀਆਂ ਨੇ। ਬਹੁਤ ਜ਼ਿਆਦਾ ਵਿਸ਼ਿਆਂ ਦੇ ਸਮੁੰਦਰ ਵਿੱਚ ਫਿਰ ਗੋਤੇ ਖਾਂਦਾ ਰਹਿੰਦਾ ਹੈ ਡੂੰਘੇ 'ਚ, ਤੇ ਵਕਾਰਾਂ ਨੂੰ ਛੱਡਣਾ ਵੀ ਚਾਹੇ ਤਾਂ ਵੀ ਮਨ ਫਿਰ ਇੰਨਾ ਭੈੜਾ ਹੋ ਜਾਂਦਾ ਹੈ ਕਿ ਛੁੱਟਣ ਹੀ ਨਹੀਂ ਦਿੰਦਾ। ਜਿਵੇਂ ਨਸ਼ਈ ਨੂੰ ਨਸ਼ਾ ਲੱਗ ਜਾਂਦਾ ਨਾ, ਇਵੇਂ ਸਰੀਰ ਨੂੰ, ਮਨ ਨੂੰ ਜਿਹੋ ਜਿਹੀਆਂ ਆਦਤਾਂ ਫਿਰ ਪਾ ਲੈਂਦਾ ਜਵਾਨੀ ਦੇ ਅੰਦਰ, ਉਹ ਫਿਰ ਇਹੋ ਜਿਹੇ ਵਕਾਰਾਂ ਦੇ ਡੂੰਘੇ ਸਮੁੰਦਰ ਵਿੱਚ ਡਿੱਗਦਾ ਹੈ ਕਿ ਭੋਗਾਂ ਨੂੰ ਭੋਗਣ ਰੂਪ ਫਿਰ ਵਿਵਚਾਰ ਕਰਨ ਰੂਪ ਗੋਤੇ ਖਾਂਦਾ ਰਹਿੰਦਾ ਹੈ। ਇਹਨਾਂ ਤੋਂ ਨਿਜਾਤ ਪਾਉਣ ਰੂਪ ਜਿਹੜਾ ਹੈ ਸ਼ਾਂਤੀ ਰੂਪ ਕਿਨਾਰੇ ਤੇ ਇਹਦੇ ਕੋਲੋਂ ਨਿਕਲਿਆ ਨਹੀਂ ਜਾਂਦਾ। ਜਿਹੜੀ ਫਿਰ ਤੀਜੀ ਅਵਸਥਾ ਹੈ, ਪ੍ਰੌਢਿਆ ਅਵਸਥਾ, ਇਹਦੇ ਵਿੱਚ ਜਵਾਨੀ ਢਲ ਜਾਂਦੀ ਹੈ, ਸਰੀਰ ਸਿਥਲ ਹੋ ਜਾਂਦਾ ਹੈ, ਪਰ ਮਨ ਦੇ ਅੰਦਰ ਭੋਗਾਂ ਨੂੰ ਭੋਗਣ ਦੀ ਇੱਛਾ ਉਵੇਂ ਹੀ ਬਣੀ ਰਹਿੰਦੀ ਹੈ। ਸਰੀਰ ਵਿੱਚ ਸ਼ਕਤੀ ਨਹੀਂ ਰਹਿੰਦੀ, ਪਰ ਫਿਰ ਵੀ ਸਰੀਰ ਦੇ ਅੰਦਰ ਸ਼ਕਤੀ ਪਾਉਣ ਲਈ ਤੀਜਾ ਮੋਹੀ ਗਰਾਹ ਫਿਰ ਮੂੰਹ ਵਿੱਚ ਗਰਾਹੀਆਂ ਪਾਉਂਦਾ ਹੈ ਤਾਕਤਵਰ ਚੀਜ਼ਾਂ ਦੀਆਂ। ਤੇ ਹਜੂਰ ਨੇ ਫਿਰ ਫਰਮਾਇਆ ਕਿ ਆਸਾ ਰੂਪੀ ਭੁੱਖ ਤੇ ਤ੍ਰਿਸ਼ਨਾ ਰੂਪੀ ਤ੍ਰੇ, ਇਹ ਅੰਦਰ ਬਹੁਤ ਜ਼ਿਆਦੀਆਂ ਭੌਂਕ ਪੈਂਦੀਆਂ। ਇਹਨੂੰ ਦੀਰਘ ਕਾਲ ਦੀ ਆਸਾ ਲੱਗੀ ਰਹਿੰਦੀ ਹੈ ਕਿ ਕੀ ਬਣੇਗਾ ਆਉਣ ਵਾਲੇ ਸਮੇਂ ਵਿੱਚ, ਇਕੱਠੀ ਕਰ ਲਈਏ ਮਾਇਆ ਤਾਂ ਹੀ ਨਿਰਵਾਹ ਹੋਵੇਗਾ। ਤ੍ਰਿਸ਼ਨਾ ਲੱਗ ਜਾਂਦੀ ਹੈ, ਕਿਸੇ ਵੀ ਤਰੀਕੇ ਨਾਲ ਇਕੱਠੀ ਕਰਦਾ ਹੈ, ਪਾਪਾਂ ਦੇ ਨਾਲ ਇਕੱਠੀ ਕਰਨ ਲੱਗ ਜਾਂਦਾ ਏ। ਤੇ ਇਉਂ ਮਹਾਰਾਜ ਨੇ ਫਰਮਾਇਆ ਕਿ ਭੌਂਕ ਪੈਂਦੀਆਂ ਭਾਈ ਅੰਦਰ, ਫਿਰ ਬਹੁਤ ਜ਼ਿਆਦਾ ਤ੍ਰਿਸ਼ਨਾਲੂ ਹੋ ਜਾਂਦਾ ਹੈ, ਆਸਾ ਦਾ ਮਾਰਿਆ ਹੋਇਆ, ਖਾਧਾ ਹੋਏ ਸਵਾਦ, ਜਿਹੜਾ ਜਵਾਨੀ ਵਿੱਚ ਬਹੁਤ ਜ਼ਿਆਦਾ ਭੋਜਨ ਖਾਧਾ ਸੀ, ਬੜੀਆਂ ਬੜੀਆਂ ਚੀਜ਼ਾਂ ਰਲਾ ਰਲਾ ਖਾਧੀਆਂ ਸੀ, ਘਿਓ ਪੀ ਜਾਂਦਾ ਸੀ, ਤੇ ਉਹ ਸਾਰਾ ਹੀ ਸਵਾਹ ਹੋ ਗਿਆ। ਹੁਣ ਕਿੱਧਰ ਚਲਿਆ ਗਿਆ? ਸਰੀਰ ਤਾਂ ਸਿਥਲ ਹੋ ਗਿਆ। ਭੀ ਖਾਣੇ ਸਿਉ ਦੋਸਤੀ ਭੀ, ਫਿਰ ਚੰਗੀਆਂ ਚੀਜ਼ਾਂ ਐਰਨਾਦਕ ਖਾਣ ਦੇ ਨਾਲ ਮਿੱਤਰਤਾਈ ਕਰਦਾ ਹੈ। ਜਦੋਂ ਬਿਰਧ ਅਵਸਥਾ ਆਉਂਦੀ ਹੈ, ਇਹ ਚੌਥੀ ਬਿਰਧ ਅਵਸਥਾ ਹਜੂਰ ਨੇ ਆਖੀ, ਉਦੋਂ ਚੌਥੇ ਆਈ ਊਂਘ, ਫਿਰ ਮੌਤ ਰੂਪੀ ਸਾਧ ਸੰਗਤ ਜੀ ਨੂੰ ਨੀਂਦ ਆ ਜਾਂਦੀ ਹੈ। ਉਦੋਂ ਬਿਰਧ ਅਵਸਥਾ ਹੈ। ਅੱਖੀਂ ਮੀਟ ਪਵਾਰ ਗਿਆ, ਪਰਿਵਾਰ ਵੱਲੋਂ ਫਿਰ ਅੱਖਾਂ ਮੀਟ ਜਾਂਦਾ ਏ, ਪਰਲੋਕ ਨੂੰ ਹੀ ਚਲਿਆ ਜਾਂਦਾ ਹੈ। ਭੀ ਉੱਠ ਰਚਿਉਨ ਵਾਦ, ਵਾਸ਼ਨਾ ਨਹੀਂ ਮਰੀ ਹੋਣ ਕਰਕੇ ਫਿਰ ਕਿਤੇ ਮਾਤਾ ਦੇ ਉਦਰ ਵਿੱਚ ਆ ਕੇ ਪੁੱਠਾ ਲਟਕਦਾ, ਜਨਮ ਲੈ ਕੇ ਉਹੋ ਹੀ ਕਾਮ ਕ੍ਰੋਧ ਵਾਲੇ ਝਗੜੇ ਫਿਰ ਰਚ ਲੈਂਦਾ ਹੈ। ਇਹ ਮਹਾਰਾਜ ਨੇ ਫਰਮਾਇਆ ਕਿ ਸਹਿ ਵਰਿਆਂ ਕੀ ਪਿੜ ਬੱਦੀ, ਇਹ ਸੈਂਕੜੇ ਹੀ ਵਰਿਆਂ ਦੀ ਪਿੜ ਬਾਜੀ ਜਿਹੜੀ ਹੈ ਨਾ ਜੰਮਣ ਮਰਨ ਦੀ, ਇਹਦੇ ਗਲ ਪਈ ਹੋਈ ਹੈ। ਜੰਮਦਾ ਮਰਦਾ, ਮਰਦਾ ਫਿਰ ਜੰਮਦਾ, ਇਹ ਚੱਕਰ ਇਹਦਾ ਹਜੂਰ ਨੇ ਫਰਮਾਇਆ ਮਿਟਦਾ ਨਹੀਂ। ਫਿਰ ਤੀਸਰਾ ਪ੍ਰਕਰਨ ਜਿਹੜਾ ਸੀ, ਉਹ ਸਿੱਖ ਨੇ ਪੁੱਛਿਆ ਸੀ ਕਿ ਮਹਾਰਾਜ ਉੱਤਮ ਪੁਰਖ ਕੌਣ ਮੈਂ? ਮਹਾਰਾਜ ਜੀ ਨੇ ਆਖਿਆ ਸੀ ਸਬਾਹੀ ਸਾਲਾਹ, ਜਿਹੜੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਐ। ਹਜੂਰ ਨੇ ਕਿਹਾ ਜਿਵੇਂ ਅੰਮ੍ਰਿਤ ਵੇਲਾ ਬੜਾ ਤਰੋ ਤਾਜ਼ਗੀ ਵਾਲਾ ਹੁੰਦਾ ਹੈ ਨਾ, ਇਵੇਂ ਉਹ ਉੱਤਮ ਪੁਰਖਾਂ ਦੀ ਨਿਸ਼ਾਨੀ ਹੈ
ਕਿ ਉਹਨਾਂ ਦੇ ਮਸਤਕ ਤੇ ਖੇੜਾ ਹੁੰਦਾ ਹੈ। ਉਹਨਾਂ ਦੇ ਜਿਹੜੇ ਹੈ ਨੇਤਰ ਉਹ ਵੀ ਨਾਮ ਦੀ ਖੁਮਾਰੀ ਵਾਲੇ ਹੁੰਦੇ ਹੈ। ਸੁਭਾ ਵਰਗੀ ਤਾਜ਼ਗੀ ਉਹਨਾਂ ਨੂੰ ਸਦਾ ਹੀ ਨਾਮ ਦੀ ਬਰਕਤ ਕਰਕੇ ਬਣੀ ਰਹਿੰਦੀ ਹੈ। ਤੇ ਉਹਨਾਂ ਨੇ ਧਿਆਇਆ ਜਦੋਂ ਪਰਮੇਸ਼ਰ ਨੂੰ, ਉਹਨਾਂ ਦੇ ਮਨ ਫਿਰ ਹੋਰ ਨਹੀਂ ਰਹੇ, ਮਨ ਉਹਨਾਂ ਦਾ ਇੱਕ ਹੋ ਗਿਆ ਪਰਮੇਸ਼ਰ ਦੇ ਪਿਆਰ ਵਾਲਾ। ਮਨੁੱਖਾ ਜਨਮ ਰੂਪੀ ਵਕਤ ਦੇ ਉੱਪਰ ਕਾਮ ਕ੍ਰੋਧ ਦੇ ਨਾਲ ਲੜ ਕੇ ਮਹਾਰਾਜ ਨੇ ਕਿਹਾ ਉਹਨਾਂ ਨੇ ਆਸੁਰੀ ਸੰਪਦਾ ਨੂੰ ਮਾਰ ਦਿੱਤਾ ਹੈ, ਵਕਾਰਾਂ ਤੋਂ ਉੱਪਰ ਉੱਠ ਗਏ। ਜਦੋਂ ਦੂਜਾ ਪੁਰਖ ਫਿਰ ਮਹਾਰਾਜ ਜੀ ਨੇ ਆਖਿਆ ਕਿ ਇਹ ਭਾਈ ਜਗਿਆਸੂ ਹੁੰਦੇ ਹੈ, ਬਹੁਤੇ ਇਹਨਾਂ ਨੂੰ ਜਿਹੜੇ ਹੈ ਉਹ ਸੰਸਿਆਂ ਦੇ ਰਾਹ, ਇਹ ਜਿਹੜੇ ਜਗਿਆਸੂ ਹੈ ਪਏ ਰਹਿੰਦੇ ਹੈ। ਜਗਿਆਸਾ ਭਾਵ ਤੇ ਹੁੰਦਾ ਪਰ ਮਨ ਚੋਂ ਸ਼ੰਕੇ ਨਹੀਂ ਮਿਟਦੇ। ਸ਼ੰਕਿਆਂ ਦੀ ਨਿਵਰਤੀ ਲਈ ਬਹੁਤਾ ਜ਼ਿਆਦਾ ਭਜਨ ਕਰਨਾ ਚਾਹੀਦਾ ਨਾ, ਉਹ ਕਰ ਨਹੀਂ ਪਾਉਂਦੇ ਤੇ ਇਉਂ ਮਨ ਦੀਆਂ ਫਿਰ ਸਾਰੀਆਂ ਅਕਲਾਂ ਉਹਨਾਂ ਦੀਆਂ ਖਿੰਡੀਆਂ ਰਹਿੰਦੀਆਂ ਨੇ। ਭਜਨ ਵਿੱਚ ਚਿੱਤ ਇਕਾਗਰ ਨਹੀਂ ਹੁੰਦਾ ਤੇ ਬਹੁਤੇ ਹੀ ਇਉਂ ਮਾਇਆ ਰੂਪੀ ਸਮੁੰਦਰ ਦੇ ਅੰਦਰ ਡੂੰਘੇ ਵਿੱਚ ਉਹ ਡੁੱਬਦੇ ਇਸ ਕਰਕੇ ਨਹੀਂ ਕਿ ਬਰਾਗ ਹੁੰਦਾ, ਤਰਦੇ ਰਹਿੰਦੇ ਐ। ਕਦੇ ਕਦੇ ਵਕਾਰ ਆ ਕੇ ਹਾਵੀ ਹੁੰਦੇ ਆ, ਗੋਤਾ ਖਾ ਜਾਂਦੇ ਆ, ਫਿਰ ਉੱਠ ਪੈਂਦੇ ਆ ਇਉਂ, ਪਰ ਨਿਕਲਿਆ ਨਹੀਂ ਜਾਂਦਾ ਉਹਨਾਂ ਕੋਲੋਂ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਨ ਰੂਪ ਕਿਨਾਰੇ ਦੇ ਉੱਪਰ। ਸਤਿਗੁਰੂ ਜੀ ਕਹਿੰਦੇ ਭਾਈ ਫਿਰ ਤੀਜਾ ਮੋਹੀ ਗਰਾਹ, ਤੀਜੇ ਜਿਹੜੇ ਆ ਉਹ ਵਖਈ ਪੁਰਖ ਹਜੂਰ ਨੇ ਦੱਸੇ ਕਿ ਉਹਨਾਂ ਦਾ ਸਰੀਰ ਦੇ ਨਾਲ ਹੀ ਮੋਹ ਹੁੰਦਾ ਹੈ ਤੇ ਦਾਨ ਪੁੰਨ ਜਿਹੜਾ ਉਹ ਕਰਦੇ ਆ ਤਾਂ ਵੀ ਇੱਛਾ ਲੈ ਕਰਕੇ ਅਗਲੇ ਜਨਮ ਵਿੱਚ ਭੋਗਾਂਗੇ। ਇਉਂ ਤੀਜੇ ਜਿਹੜੇ ਆ ਵਖਈ ਪੁਰਖ ਉਹ ਦਾਨ ਪੁੰਨ ਕਰਨ ਰੂਪ ਜਿਹੜੀਆਂ ਗਰਾਈਆਂ ਹਨ ਉਹ ਅਗਲੇ ਜਨਮ ਲਈ ਆਪਣੇ ਪਾਪ ਮੂੰਹ ਚ ਪਾਉਂਦੇ ਕੀ ਭਾਵ ਕਰਦੇ ਐ। ਭੁੱਖ ਤਿਖਾ ਦੋਏ ਭੌਂਕੀਆਂ, ਦੋਵੇਂ ਭੁੱਖ ਤੇ ਭਾਵ ਅਗਲੇ ਜਨਮ ਵਿੱਚ ਜਾਂ ਮਰ ਕੇ ਜਦੋਂ ਸਵਰਗ ਵਿੱਚ ਭੋਗਾਂ ਨੂੰ ਭੋਗਣ ਦੀ ਇੱਛਾ ਕਿ ਉੱਥੇ ਜਾ ਕਰਕੇ ਸਾਨੂੰ ਸੁਖ ਪ੍ਰਾਪਤ ਹੋਣ, ਇਹ ਦੀਰਘ ਕਾਲ ਦੀ ਆਸਾ ਤੇ ਤ੍ਰਿਸ਼ਨਾ ਜਿਹੜੀ ਹੈ ਉਹਨਾਂ ਦੇ ਅੰਦਰ ਭੌਂਕਦੀਆਂ ਰਹਿੰਦੀਆਂ ਹਨ। ਤੇ ਖਾਧਾ ਹੋਏ ਸਵਾਹ, ਉਹ ਕਹਿੰਦੇ ਭਈ ਜਿਹੜਾ ਪਿਛਲੇ ਜਨਮ 'ਚ ਪੁੰਨ ਦਾਨ ਕੀਤਾ ਸੀ ਉਹ ਤਾਂ ਹੁਣ ਖਾ ਲਿਆ, ਸਵਾਹ ਹੋ ਗਿਆ, ਹੁਣ ਅੱਗੇ ਵਾਸਤੇ ਕੋਈ ਪੁੰਨ ਦਾਨ ਕਰਨ ਨੂੰ ਭੀਖਾਣੇ ਸਿਓ ਦੋਸਤੀ ਪੀ, ਪੁੰਨ ਦਾਨ ਕਰਨ ਨਾਲ ਦੋਸਤੀ ਪਾਉਂਦੇ ਆ। ਚੌਥੇ ਆਈ ਊਂਗ, ਚੌਥੇ ਜਿਹੜੇ ਆ ਉਹ ਪਾਮਰ ਪੁਰਖ ਮਹਾਰਾਜ ਜੀ ਨੇ ਕਹੇ ਕਿ ਉਹਨਾਂ ਨੂੰ ਭਜਨ ਸਿਮਰਨ ਵੱਲੋਂ ਕਈ ਨੀਂਦ ਆ ਗਈ ਹੈ, ਅੱਖੀਂ ਮੀਟ ਪਵਾਰ ਗਿਆ। ਮਨ ਬੁੱਧ ਰੂਪੀ ਅੱਖਾਂ ਨੂੰ ਮੀਟ ਕਰਕੇ ਜਦੋਂ ਭਜਨ ਵੱਲੋਂ ਮਨ ਮਰਿਆ ਹੋਇਆ ਨਾ, ਉਹ ਫਿਰ ਪਰਲੋਕ ਨੂੰ ਹੀ ਚਲੇ ਜਾਂਦੇ, ਉਦੋਂ ਮਰੀ ਜਾਂਦੇ ਐ, ਜਾਨ ਹੀ ਨਿਕਲ ਜਾਂਦੀ ਹੈ ਭਜਨ ਦੇ ਕਰਨ ਵਾਸਤੇ। ਬੁਰਾ ਕੰਮ ਕਰਨਾ ਹੋਵੇ ਤੇ ਚੰਗਿਆਈ ਆਰਕ ਕਲੈ, ਬੁਰਿਆਈ ਹੋਵੇ ਸ਼ੇਰ। ਚੰਗਾ ਕਰਮ ਕਰਨਾ ਆਲਸ ਕਰਦੇ ਐ ਤੇ ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਪਾਮਰ ਪੁਰਖਾਂ ਦੀ ਹਜੂਰ ਨੇ ਦੱਸੀ ਹੈ। ਚੌਥੀ ਜਿਹੜੀ ਹੈ ਪਾਮਰ ਪੁਰਖਾਂ ਦੀ ਅਵਸਥਾ। ਤੇ ਵੀ ਉਠ ਰਚਿਓ ਨਵਾਦ, ਹਜੂਰ ਨੇ ਕਿਹਾ ਅਵਲ ਤਾਂ ਸੰਗਤ ਵਿੱਚ ਆਉਂਦੇ ਨਹੀਂ, ਜੇ ਆ ਜਾਣ ਤਾਂ ਵੀ ਉੱਥੇ ਫਿਰ ਸੰਗਤ ਕਰਦੇ ਹੀ ਉੱਠ ਕੇ ਬਾਅਦ ਝਗੜਾ ਰਚ ਲੈਂਦੇ ਆ, ਲੜ ਪੈਂਦੇ ਆ। ਗੁਰਦੁਆਰੇ ਸਾਹਿਬਾਂ ਦੇ ਅੰਦਰ ਲੜਾਈਆਂ ਦਾ ਕਾਰਨ ਬਣ ਜਾਂਦਾ, ਕਿਉਂਕਿ ਉਹ ਬੱਧੇ ਰੁੱਧੇ ਹੀ ਕਿਸੇ ਨਾਲ ਆਉਂਦੇ ਆ ਤੇ ਉੱਥੇ ਕਿਹੜਾ ਕੇ ਕੀਰਤਨ ਦੇ ਸੁਣਨ ਚ ਮਨ ਲੱਗਦਾ ਜਾਂ ਕਥਾ ਦੇ ਸੁਣਨ ਚ ਮਨ ਲੱਗਦਾ ਜਾਂ ਸੇਵਾ ਹੀ ਕਹੀਏ ਕਰ ਲਈਏ ਤਾਂ ਵੀ ਕੁਛ ਨਹੀਂ ਕਰਨਾ ਹੁੰਦਾ, ਬਸ ਲੜਾਈ ਝਗੜਾ ਹੀ ਮਹਾਰਾਜ ਕਹਿੰਦੇ ਭਾਈ ਕਰਦੇ ਐ। ਸੈ ਵਰਿਆਂ ਕੀ ਪਿੜ ਬੱਦੀ, ਇਹ ਸੈਂਕੜੇ ਵਰਿਆਂ ਦੀ ਪਿੜ ਬਾਜੀ ਜਿਹੜੀ ਹੈ ਉਹਨਾਂ ਨੇ ਬੰਨ ਛੱਡੀ, ਸੋਚਦੇ ਇੱਥੇ ਹੀ ਰਹਿਣਾ, ਕਿਹੜਾ ਅਸੀਂ ਮਰਨਾ, ਸੰਸਾਰ 'ਚ ਹੀ ਰਹਿਣਾ ਹੈ। ਇਹ ਮਹਾਰਾਜ ਸਾਹਿਬ ਜੀ ਨੇ ਨਾਮ ਸਾਧ ਸੰਗਤ ਜੀ ਤਿੰਨਾਂ ਸਿੱਖਾਂ ਦੇ ਜੋ ਉਹਨਾਂ ਪ੍ਰਸ਼ਨ ਕੀਤੇ ਉੱਤਰ ਦਿੱਤੇ ਹਜੂਰ ਨੇ। ਤੇ ਚੌਥਾ ਸਿੱਖ ਜਿਹੜਾ ਸੀ ਉਹਨੇ ਪੁੱਛਿਆ ਸੀ ਮਹਾਰਾਜ ਬ੍ਰਹਮ ਬੇਤੇ ਦੀ ਅਵਸਥਾ ਦੱਸੋ। ਉਹ ਮਹਾਰਾਜ ਜੀ ਹੁਣ ਫਰਮਾਉਂਦੇ ਆ, ਕਾਗਰ ਚਿੱਤ ਸੁਣੋ ਪਿਆਰ ਨਾਲ। ਸਬਾਹੀ ਸਾਲਾਹ, ਇਹ ਅੰਤਰੀਵ ਅਰਥ ਹੋਣਗੇ। ਸਾ ਬਾਹੀ, ਸਾ ਉਹ ਜੋ ਬਾਹੀ ਪ੍ਰੇਰਕ ਹੈ ਪਰਮੇਸ਼ਰ, ਸਭ ਦਾ ਪ੍ਰੇਰਕ ਪਰਮੇਸ਼ਰ ਹੈ। ਬਾਹੀ ਦਾ ਅਰਥ ਹੈ ਪ੍ਰੇਰਕ। ਸਾ ਉਹ ਜੋ ਪ੍ਰੇਰਕ ਹੈ ਪਰਮੇਸ਼ਰ, ਸਭ ਨੂੰ ਪ੍ਰੇਰਨਾ ਕਰਨ ਵਾਲਾ, ਬਾਕੀ ਸਭ ਉਹਦੀ ਕਠਪੁਤਲੀਆਂ ਦੀ ਤਰ੍ਹਾਂ ਆਗਿਆ ਵਿੱਚ ਹੀ ਚੱਲਦੇ ਐ।
ਜਿਹਨੂੰ ਵੇਦ ਸ਼ਾਸਤਰ ਵੀ ਸਲਾਹੁੰਦੇ ਹਨ। ਜਿਨੀ ਧਿਆਇਆ ਇੱਕ ਮਨ। ਜਿਨ੍ਹਾਂ ਨੇ ਮਹਾਰਾਜ ਨੇ ਫਰਮਾਇਆ ਕਿ ਇੱਕ ਮਨ ਹੋ ਕਰਕੇ ਵਾਹਿਗੁਰੂ ਨੂੰ ਧਿਆਇਆ ਹੈ, ਉਹ ਉੱਤਮ ਪੁਰਖ ਹੁੰਦੇ ਆ, ਬ੍ਰਹਮ ਗਿਆਨੀ ਹੁੰਦੇ ਆ। ਉਹਨਾਂ ਦੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਨੇਤਰਾਂ ਵਿੱਚ ਵੀ ਇੱਕ ਦਾ ਵਾਸ ਹੈ, ਤੇ ਉਹਨਾਂ ਦੀ ਜੀਭਾ ਤੇ ਵੀ ਇੱਕ ਦਾ ਵਾਸ ਹੈ, ਉਹਨਾਂ ਦੇ ਹਿਰਦੇ ਵਿੱਚ ਵੀ ਇੱਕ ਦਾ ਵਾਸ ਹੈ। ਉਹਨਾਂ ਦਾ ਸਤਿਗੁਰੂ ਜੀ ਕਹਿੰਦੇ ਭਾਈ ਇੱਕ ਵਾਹਿਗੁਰੂ ਦੇ ਵਿੱਚ ਚਿੱਤ ਜੁੜਿਆ ਹੋਇਆ ਹੈ, ਇਹ ਬ੍ਰਹਮ ਬੇਤੇ ਦੀ ਅਵਸਥਾ ਹੈ। ਸੇ ਪੂਰੇ ਸਾਹ। ਹਜੂਰ ਫਰਮਾਉਂਦੇ ਆ ਉਹ ਪੂਰੇ ਸਾਹਾਂ ਵਾਲੇ ਐ, ਕਿਉਂਕਿ ਇੱਕ ਵੀ ਸਾਹ ਉਹਨਾਂ ਦਾ ਬਿਰਥਾ ਨਹੀਂ ਜਾਂਦਾ। ਬਾਕੀ ਜਿਹੜੇ ਐ ਜਦੋਂ ਸਾਹ ਹੀ ਖਰਚੀ ਜਾਂਦਾ ਜੀਵ ਤੇ ਭਜਨ ਤੋਂ ਸਖਣੇ ਚਲੇ ਜਾਂਦੇ ਆ, ਉਹ ਸਾਹ ਅਧੂਰੇ ਰਹਿ ਜਾਂਦੇ, ਉਹਨਾਂ ਦਾ ਮੁੱਲ ਨਹੀਂ ਕੋਈ ਪੈਂਦਾ। ਮਹਾਰਾਜ ਨੇ ਫਰਮਾਇਆ ਕਿ ਉਹ ਪੂਰੇ ਸਾਹਾਂ ਵਾਲੇ ਐ, ਇੱਕ ਵੀ ਸਾਹ ਉਹਨਾਂ ਦਾ ਬਿਰਥਾ ਨਹੀਂ ਜਾਂਦਾ। ਕਿਹਾ ਨਾ ਕਿ ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਪੂਰੇ ਸਾਹਾਂ ਵਾਲੇ ਆ, ਸਾਹਾਂ ਨੂੰ ਸਫਲਿਆ ਕਰਦੇ ਆ। ਵਕਤ ਉੱਪਰ ਲੜ ਮੋਏ। ਇਸ ਵਕਤ ਦੇ ਉੱਪਰ ਹੀ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਤੇ ਲੜਦੇ ਹੋਏ ਮਹਾਰਾਜ ਨੇ ਕਿਹਾ ਬੁਰਾਈਆਂ ਦੇ ਨਾਲ ਸਾਰੀਆਂ ਬੁਰਾਈਆਂ ਨੂੰ ਮਾਰ ਦਿੰਦੇ ਆ, ਤੇ ਸੰਸਾਰ ਤੋਂ ਉਹਨਾਂ ਦੀ ਬਿਰਤੀ ਜਿਹੜੀ ਆ ਉੱਪਰ ਉੱਠ ਜਾਂਦੀ ਹੈ, ਸਾਰੀ ਆਸਰੀ ਸੰਪਦਾ ਨੂੰ ਮਾਰ ਦਿੰਦੇ ਆ। ਦੂਜੈ ਬਹੁਤੇ ਰਾਹ। ਤੇ ਜਿਹੜੀ ਇਸ ਪ੍ਰਕਾਰ ਦਵੈਤ ਸੀਗੀ, ਉਹਨੂੰ ਉਹਨਾਂ ਨੇ ਜੈ ਕਰ ਲਿਆ, ਜਿੱਤ ਲਿਆ। ਜਿਸ ਦਵੈਤ ਨੇ ਬਹੁਤੇ ਰਾਹ ਪਾ ਛੱਡਿਆ ਸੀ ਨਾ ਸਾਰੇ ਸੰਸਾਰ ਨੂੰ, ਸੰਸਾਰ ਦੇ ਲੋਕ ਦਵੈਤ ਕਰਕੇ ਹੀ ਜਿਹੜਾ ਹੈ ਅਨੇਕਾਂ ਰਾਹਾਂ ਤੇ ਤੁਰੇ ਰਹਿੰਦੇ ਐ। ਕਦੇ ਗੁੱਗੇ ਦੀ ਪੂਜਾ ਕਰ ਲਈ, ਕਦੇ ਕਿਸੇ ਨੂੰ ਮਨਾ ਲਿਆ, ਕਦੇ ਭੈਰੋਂ ਦੀਆਂ ਜਾ ਕਰਕੇ ਜਿਹੜੀਆਂ ਉਹ ਸਾਧ ਸੰਗਤ ਜੀ ਮਿੰਨਤਾਂ ਕੀਤੀਆਂ। ਇਉਂ ਬਹੁਤੇ ਰਾਹ ਜਿਹੜੇ ਉਹ ਦਵੈਤ ਨੇ ਪਾਏ ਹੋਏ ਐ, ਇੱਕ ਦੇ ਉੱਤੇ ਜਿਹੜਾ ਮਨ ਨਹੀਂ ਟਿਕਦਾ। ਜਿਹੜੀ ਦਵੈਤ ਸੀ ਉਹ ਵੀ ਉਹਨਾਂ ਨੇ ਜੈ ਕਰ ਲਈ, ਜਿਸ ਦਵੈਤ ਨੇ ਸੰਸਾਰ ਨੂੰ ਬਹੁਤੇ ਰਾਹਾਂ ਤੇ ਪਾਇਆ ਸੀਗਾ। ਮਨ ਕੀਆ ਮਤੀ ਖਿੰਡਿਆ। ਤੇ ਜਿਹੜੀਆਂ ਮਨ ਦੀਆਂ ਮਤਾਂ ਸੀਗੀਆਂ, ਅਕਲਾਂ ਹੋਰ ਸਿਖਾਉਂਦੀਆਂ ਸੀਗੀਆਂ, ਉਹ ਸਾਰੀਆਂ ਅਗਿਆਨ ਕਰਕੇ ਹੀ ਜਿਹੜੀਆਂ ਸੀ ਨਾ ਉਹ ਹੋਰ ਫੁਰਨਿਆਂ ਨੂੰ ਫੋਰਦੀਆਂ ਸੀ। ਉਹ ਸਾਰੀਆਂ ਹੀ ਅਕਲਾਂ ਉਹਨਾਂ ਨੇ ਖੰਡਾ ਦਿੱਤੀਆਂ, ਨਾਸ਼ ਕਰ ਦਿੱਤੀਆਂ। ਜਿਵੇਂ ਚਾਟੀ ਜਿਹੜੀ ਹੈ ਕੱਚਾ ਭਾਂਡਾ ਲੱਸੀ ਦਾ ਭਰਿਆ ਹੁੰਦਾ ਹੈ, ਉਹਨੂੰ ਜੇ ਕੋਈ ਲੱਕੜ ਦੇ ਡੰਡੇ ਨਾਲ ਮਾਰੇ ਤੇ ਉਹ ਟੁੱਟ ਕੇ ਆਉ ਜਾਂਦੀ ਹੈ, ਸਾਰੀ ਅੰਦਰੋਂ ਲੱਸੀ ਜਾਂ ਕੋਈ ਵੀ ਪਦਾਰਥ ਸਾਰਾ ਖਿੰਡ ਜਾਂਦਾ ਹੈ। ਇਵੇਂ ਅਗਿਆਨ ਰੂਪੀ ਤੇ ਪਦਾਰਥ ਹੈ ਵਿੱਚ ਪਿਆ ਹੋਇਆ, ਅਵਿਦਿਆ ਰੂਪੀ ਚਾਟੀ ਹੈ। ਗਿਆਨ ਰੂਪੀ ਡੰਡੇ ਨਾਲ ਉਹਨਾਂ ਨੇ ਇਹੋ ਜਿਹਾ ਇਸ ਅਵਿਦਿਆ ਰੂਪੀ ਚਾਟੀ ਨੂੰ ਭੰਨਿਆ ਕਿ ਅੰਦਰੋਂ ਸਾਰੀਆਂ ਜਿਹੜੀਆਂ ਮਨ ਦੀਆਂ ਮਤਾਂ ਹੋਰ ਸੀਗੀਆਂ, ਹੋਰ ਫੁਰਨੇ ਫੋਰਨ ਵਾਲੀਆਂ, ਉਹ ਸਾਰੀਆਂ ਉਹਨਾਂ ਨੇ ਖਿਲਾਰ ਹੀ ਦਿੱਤੀਆਂ, ਨਾਸ਼ ਹੀ ਕਰ ਦਿੱਤੀਆਂ। ਬਹੁਤ ਪਏ ਅਸਗਾਹ। ਤੇ ਬਹੁਤ ਪਏ ਅਸਗਾਹ। ਜਿਹੜਾ ਬ੍ਰਹਮਾ ਆਨੰਦ ਰੂਪੀ ਡੂੰਘਾ ਸਮੁੰਦਰ ਹੈ ਨਾ, ਉਸ ਡੂੰਘੇ ਸਮੁੰਦਰ ਦੇ ਅੰਦਰ ਉਹ ਸਮਾਏ ਰਹਿੰਦੇ ਆ। ਗੋਤੇ ਖਾਹੇ ਨਾ ਨਿਕਲੇ। ਉਹ ਉੱਥੇ ਹੀ ਗੋਤੇ ਖਾਹੇ ਟੁੱਬੀਆਂ ਮਾਰਦੇ ਆ, ਨਹੀਂ ਸੰਸਾਰਾਕਾਰ ਰੂਪੀ ਬਿਰਤੀ ਕਰਨ ਰੂਪੀ ਨਿਕਲਦੇ ਨਹੀਂ ਉਥੋਂ। ਇਹ ਬ੍ਰਹਮ ਬੇਤੇ ਦੀ ਅਵਸਥਾ ਹੈ। ਬਹੁਤ ਪਏ ਅਸਗਾਹ। ਬਹੁਤ ਜਿਹੜਾ ਡੂੰਘਾ ਕੀ ਹੈ, ਡੂੰਘਾਈ ਕੀ ਹੈ ਕਿ ਬ੍ਰਹਮਾ ਆਨੰਦ ਦੇ ਅੰਦਰ ਜਦੋਂ ਸੁਰਤ ਜੁੜਦੀ ਹੈ ਨਾ, ਫਿਰ ਇਹੋ ਜੀ ਨਿਰਵਕਲਪ ਸਮਾਧੀ ਲੱਗਦੀ ਹੈ। ਉਥੋਂ ਤਾਂ ਸਾਧ ਸੰਗਤ ਜੀ ਪਰਮੇਸ਼ਰ ਦੇ ਭਾਵ ਨਾਲ ਹੀ ਵਾਹਿਗੁਰੂ ਚਾਹੇ ਤੇ ਫਿਰ ਬਿਰਤੀ ਉਥਾਨ ਹੁੰਦੀ ਹੈ, ਨਹੀਂ ਤਾਂ ਕਈ ਵਾਰੀ ਉਸ ਅਵਸਥਾ ਵਿੱਚ ਮਹਾਤਮਾ ਸਰੀਰ ਵੀ ਤਿਆਗ ਦਿੰਦੇ। ਇਹੋ ਜੀ ਉਹ ਪ੍ਰੀਤ ਦੀ ਅਵਸਥਾ ਹੈ, ਡੂੰਘਾ ਸਮੁੰਦਰ ਵਾ, ਨਿਰਵਕਲਪ ਜਿਹੜੀ ਅਵਸਥਾ ਹੈ, ਨਿਰਵਕਲਪ ਸਮਾਧੀ। ਉਸ ਬਹੁਤੇ ਡੂੰਘੇ ਬ੍ਰਹਮਾ ਆਨੰਦ ਰੂਪੀ ਸਮੁੰਦਰ ਦੇ ਅੰਦਰ ਗੋਤੇ ਖਾਹੇ ਕੀ ਟੁਬਕੀਆਂ ਲਾਉਂਦੇ ਆ, ਆਨੰਦ ਲੈਂਦੇ ਆ, ਰਸ ਲੈਂਦੇ ਆ, ਤੇ ਨਹੀਂ ਨਿਕਲਦੇ ਉਸ ਦੇ ਵਿੱਚੋਂ ਕਿ ਹੁਣ ਸਾਡੀ ਬਿਰਤੀ ਫਿਰ ਸੰਸਾਰਾਕਾਰ ਹੋਵੇ। ਆਪਾਂ ਤਾਂ ਕੋਈ ਜਿਹੜਾ ਹੈ ਜੋੜਦੇ ਆ ਮਨ ਭਜਨ ਦੇ ਅੰਦਰ ਬੜੇ ਜ਼ੋਰ ਨਾਲ ਕਿ ਕਥਾ ਵਿੱਚ ਉਪਦੇਸ਼ ਸਮਝ ਪਵੇ, ਕੀਰਤਨ ਚ ਮਨ ਜੁੜੇ, ਜਪਜੀ ਸਾਹਿਬ ਵਿੱਚ ਮੇਰਾ ਮਨ ਜੁੜੇ। ਪਰ ਜਿਹੜੇ ਮਹਾਂਪੁਰਖ ਹੈ ਨਾ, ਉਹਨਾਂ ਨੂੰ ਬਿਰਤੀ ਅਖੇੜ ਕੇ ਹੀ ਕਿਸੇ ਦੀ ਗੱਲ ਸੁਣਨੀ ਪੈਂਦੀ ਹੈ, ਨਹੀਂ ਤੇ ਉਹਨਾਂ ਨੂੰ
ਸੰਸਾਰ ਦੀਆਂ ਗੱਲਾਂ ਵੱਲ ਧਿਆਨ ਨਹੀਂ ਰਹਿੰਦਾ। ਵਾਹਿਗੁਰੂ ਦੇ ਅਥਾਹ ਸਮੁੰਦਰ ਰੂਪੀ ਆਨੰਦ ਦੇ ਅੰਦਰ ਉਹਨਾਂ ਦਾ ਚਿੱਤ ਸਮਾ ਜਾਂਦਾ ਹੈ। ਉੱਥੇ ਫਿਰ ਆਨੰਦ ਰੂਪੀ ਟੁਪਕੀਆਂ ਲਾਉਂਦੇ ਐ ਤੇ ਸੰਸਾਰਾਕਾਰ ਬਿਰਤੀ ਕਰਨ ਰੂਪੀ ਮਹਾਰਾਜ ਕਹਿੰਦੇ ਭਾਈ ਇਸ ਆਨੰਦ ਦੇ ਸਮੁੰਦਰ ਵਿੱਚੋਂ ਫਿਰ ਨਹੀਂ ਉਹ ਨਿਕਲਦੇ ਬਾਹਰ। ਤੀਜੈ ਮੂਹਿ ਗਿਰਾਹ। ਜਿਹੜੀ ਤੀ ਦਾ ਭਾਵ ਕੀ ਹੁੰਦਾ? ਤੀ ਤੋਂ ਹੈ ਤ੍ਰਿਆ, ਇਸਤਰੀ। ਇਸਤਰੀ ਕਿਹੜੀ ਹੈ? ਮਾਇਆ। ਮਾਇਆ ਨੂੰ ਵੀ ਉਹਨਾਂ ਨੇ ਜੈ ਕਰ ਲਿਆ ਹੈ, ਜਿੱਤ ਲਿਆ ਹੈ। ਕਿਵੇਂ ਜਿੱਤ ਲਿਆ? ਕਹਿੰਦੇ ਮੂੰਹ ਦੀ ਗਰਾਈ ਦੀ ਤਰ੍ਹਾਂ ਹੀ ਅਭਾਵ ਕਰ ਦਿੱਤੀ ਹੈ। ਇਉਂ ਖਾ ਗਏ ਜਿਵੇਂ ਮੂੰਹ 'ਚ ਗਰਾਈ ਪਾ ਕੇ ਨਹੀਂ ਖਾ ਜਾਈਦੀ। ਜਿਸ ਮਾਇਆ ਨੇ ਸਾਰੇ ਜਗਤ ਨੂੰ ਗ੍ਰਸ ਲਿਆ ਹੈ, ਐਡੀ ਮਾਇਆ ਪ੍ਰਬਲ ਸੀ। ਤੇ ਬ੍ਰਹਮ ਬੇਤੇ ਨੇ ਸਤਿਗੁਰੂ ਜੀ ਕਹਿੰਦੇ ਭਾਈ ਉਸ ਜਿਹੜੀ ਬ੍ਰਹਮ ਦੀ ਤੀ ਇਸਤਰੀ ਮਾਇਆ ਮੰਨੀ ਗਈ ਹੈ ਉਹਨੂੰ ਵੀ ਜੈ ਕਰ ਲਿਆ, ਮੂੰਹ ਦੀ ਗਰਾਈ ਦੀ ਤਰ੍ਹਾਂ ਹੀ ਅਭਾਵ ਕਰ ਦਿੱਤਾ ਏ। ਭੁੱਖ ਤਿਖਾ ਦੋਏ ਭੌਂਕਿਆ। ਤੇ ਜਿਹੜੀ ਭੁੱਖ ਸੀ ਆਸਾ ਰੂਪੀ ਤੇ ਤ੍ਰਿਸ਼ਨਾ ਰੂਪੀ ਤ੍ਰੇ ਜਿਹੜੀ ਸੀ ਉਹ ਵੀ ਅੰਦਰ ਭੈ ਕਰ ਗਈਆਂ, ਭਾਉ ਕੀਆ ਕਿ ਉਹਨਾਂ ਨੂੰ ਵੀ ਡਰ ਆ ਗਿਆ ਕਿ ਜੇ ਸਾਡੀ ਮਾਂ ਮਾਇਆ ਨੂੰ ਨਹੀਂ ਛੱਡਿਆ ਤੇ ਸਾਨੂੰ ਕਿੱਥੇ ਬ੍ਰਹਮ ਬੇਤਾ ਛੱਡਣ ਲੱਗਾ। ਉਹ ਵੀ ਡਰ ਨਾਲ ਹੀ ਭੱਜ ਗਈਆਂ। ਖਾਦਾ ਹੋਏ ਸਵਾਹ। ਇਸ ਪ੍ਰਕਾਰ ਜਿਹੜਾ ਅਗਿਆਨ ਸੀ ਨਾ ਉਹਨਾਂ ਨੇ ਖਾਦਾ ਹੋਇਆ ਸਵਾਹ ਹੀ ਕਰ ਦਿੱਤਾ। ਸਾਰਾ ਅਗਿਆਨ ਅੰਦਰੋਂ ਨਾਸ਼ ਹੀ ਕਰ ਦਿੱਤਾ, ਅਭਾਵ ਕਰ ਗਏ ਅਗਿਆਨ ਨੂੰ। ਅਗਿਆਨ ਜਦੋਂ ਮਰਦਾ ਹੈ ਨਾ ਫਿਰ ਸਾਰੀ ਆਸੁਰੀ ਸੰਪਦਾ ਨਾਲ ਹੀ ਨਸ਼ਟ ਹੋ ਜਾਂਦੀ ਹੈ। ਹਜੂਰ ਕਹਿੰਦੇ ਉਹਨਾਂ ਦਾ ਖਾਦਾ ਹੋਇਆ ਜਿਹੜਾ ਸੀ ਨਾ ਅਗਿਆਨ ਉਹ ਸਵਾਹ ਹੋ ਗਿਆ, ਨਾਸ਼ ਹੋ ਗਿਆ। ਭੀ ਖਾਣੇ ਸਿਉ ਦੋਸਤੇ। ਵੀ ਫਿਰ ਵੀ ਜਿਹੜਾ ਕੋਈ ਸੰਕਲਪ ਵਿਕਲਪ ਉੱਠਦਾ ਨਾ ਉਹਦੇ ਨਾਸ਼ ਕਰਨ ਰੂਪੀ ਭਾਵ ਜਿਹੜਾ ਉਹਨੂੰ ਅਭਾਵ ਕਰਨ ਰੂਪੀ ਖਾਣ ਰੂਪੀ ਉਹਦੇ ਨਾਲ ਹੀ ਮਿੱਤਰਤਾ ਰੱਖਦੇ ਆ। ਕੋਈ ਵੀ ਫੁਰਨਾ ਉੱਠਣ ਹੀ ਨਹੀਂ ਦਿੰਦੇ ਆਪ ਦੇ ਅੰਦਰ। ਤੇ ਇਹ ਸਤਿਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ, ਉਹਨਾਂ ਨੂੰ ਕੋਈ ਫੁਰਨਾ ਨਹੀਂ ਉੱਠਦਾ। ਜਦੋਂ ਕੋਈ ਕਿਸੇ ਦੀ ਬੇਨਤੀ ਸੁਣ ਕੇ ਫੁਰਨਾ ਉੱਠ ਵੀ ਜਾਵੇ ਨਾ ਤੇ ਫਿਰ ਉਹ ਉੱਠਿਆ ਹੋਇਆ ਫੁਰਨਾ ਤਤਕਾਲ ਮਹਾਰਾਜ ਪੂਰਾ ਕਰ ਦਿੰਦੇ ਆ, ਉਸੇ ਵੇਲੇ ਹੀ ਪੂਰਾ ਕਰ ਦਿੰਦੇ ਆ। ਜਿਹੜਾ ਫੁਰਨਿਆਂ ਦਾ ਉੱਠਣਾ ਹੁੰਦਾ ਨਾ ਇਹ ਜਿਵੇਂ ਸਰੋਵਰ ਦਾ ਪਾਣੀ ਹੁੰਦਾ, ਹਵਾ ਚੱਲੇ ਤੇ ਜਲ ਹਿੱਲਦਾ। ਤੇ ਜਲ ਜਦੋਂ ਹਿੱਲਦਾ ਹੈ ਫਿਰ ਪ੍ਰਤੀਤ ਹੁੰਦਾ ਹੈ ਕਿ ਜਲ ਹਿੱਲ ਰਿਹਾ। ਤੇ ਜਦੋਂ ਆਕਾਸ਼ ਵਿੱਚੋਂ ਚੜ੍ਹਿਆ ਹੋਇਆ ਚੰਦਰਮਾ ਉਹਦਾ ਅਕਸ਼ ਪਾਣੀ ਦੇ ਵਿੱਚ ਪੈਂਦਾ ਹੈ ਤੇ ਫਿਰ ਹਵਾ ਦੇ ਸਪਰਸ਼ ਨਾਲ ਜਲ ਹਿੱਲ ਰਿਹਾ ਹੁੰਦਾ ਤੇ ਵੇਖਣ ਵਾਲਾ ਪ੍ਰਤੀਤ ਕਰਦਾ ਕਿ ਸ਼ਾਇਦ ਚੰਦਰਮਾ ਵੀ ਨਾਲ ਹੀ ਹਿੱਲ ਰਿਹਾ, ਕਿਉਂਕਿ ਉਹ ਪਾਣੀ ਵਿੱਚ ਚੰਦਰਮਾ ਦਿਸਦਾ ਹੈ ਨਾ ਤੇ ਹਿੱਲ ਰਿਹਾ ਪ੍ਰਤੀਤ ਹੁੰਦਾ। ਤੇ ਕਈ ਇਉਂ ਵੇਖ ਕਰਕੇ ਨਾ ਸਤਿਪੁਰਸ਼ਾਂ ਨੂੰ ਵੀ ਮਹਿਸੂਸ ਕਰ ਲੈਂਦੇ ਆ ਕਿ ਸ਼ਾਇਦ ਇਹ ਵੀ ਦੁੱਖ ਵਿੱਚ ਦੁਖੀ ਹੋ ਰਹੇ ਹੋਣੇ ਆ, ਸ਼ਾਇਦ ਇੰਨੇ ਇਹਨਾਂ ਕੋਲ ਸੁੱਖ ਵੈ ਵੀ ਭੋਗਾਂ ਨੂੰ ਭੋਗਦੇ ਆਨੰਦ ਲੈਂਦੇ ਹੀ ਹੋਣਗੇ। ਸਾਧ ਸੰਗਤ ਜੀ ਉੱਤੇ ਆਕਾਸ਼ ਵਿੱਚ ਚੜ੍ਹਿਆ ਹੋਇਆ ਚੰਦਰਮਾ ਨਹੀਂ ਹਿੱਲ ਰਿਹਾ, ਉਹ ਕੇਵਲ ਹਵਾ ਦੇ ਸਪਰਸ਼ ਨਾਲ ਪ੍ਰਤੀਤ ਹੀ ਹੋ ਰਿਹਾ। ਜਿਨ੍ਹਾਂ ਨੇ ਆਪਣੇ ਅਸਲ ਬ੍ਰਹਮ ਸਰੂਪ ਨੂੰ ਜਾਣ ਲਿਆ ਨਾ ਉਹਨਾਂ ਅੰਦਰ ਜਿਹੜੀ ਹੈ ਵਾਸ਼ਨਾ ਰੂਪੀ ਹਵਾ ਚੱਲ ਕੇ ਤੇ ਫੁਰਨਿਆਂ ਰੂਪੀ ਸੰਕਲਪ ਨਹੀਂ ਪੈਦਾ ਕਰ ਸਕਦੀ। ਜੇ ਉਹਨਾਂ ਨੂੰ ਕਿਸੇ ਦੇ ਬੇਨਤੀ ਕਰਨ ਤੋਂ ਸੰਕਲਪ ਹੁੰਦਾ ਹੀ ਹੈ ਤੇ ਉਹ ਫਿਰ ਉਸੇ ਵੇਲੇ ਹੀ ਮਹਾਰਾਜ ਪੂਰਾ ਕਰ ਦਿੰਦੇ ਐ। ਵੇਖਣ ਵਾਲੇ ਨੂੰ ਪ੍ਰਤੀਤ ਹੁੰਦਾ ਜਿਵੇਂ ਕਿ ਚੰਦਰਮਾ ਹਿੱਲ ਰਿਹਾ, ਉਹ ਚੰਦਰਮਾ ਨਹੀਂ ਹਿਲਦਾ ਹੁੰਦਾ, ਸਿਰਫ ਦਿਖਾਈ ਦਿੰਦਾ ਹੈ। ਇਉਂ ਸੰਸਾਰ ਦੇ ਜੀਆਂ ਨੂੰ ਬ੍ਰਹਮ ਬੇਤੇ ਕੋਲ ਜਿੰਨੇ ਪਦਾਰਥ ਵੈ ਜਿੰਨੇ ਸੁਖ ਵੈ ਉਹ ਮਹਿਸੂਸ ਕਰਦੇ ਸੰਸਾਰੀ ਲੋਕ ਕਿ ਵੀ ਭੋਗਾਂ ਨੂੰ ਭੋਗਦੇ ਮਜ਼ੇ ਲੈਂਦੇ ਹੋਣਗੇ, ਪਰ ਉਹਨਾਂ ਦੀ ਬਿਰਤੀ ਨਿਰਲੇਪ ਰਹਿੰਦੀ ਹੈ ਜਿਵੇਂ ਜਨਕ ਰਾਜਾ ਜੀ ਮਾਇਆ ਦੇ ਵਿੱਚ ਹੀ ਉਦਾਸ ਸੀਗੇ। ਇਹੋ ਜੀ ਤਤਵੇਤੇ ਦੀ ਅਵਸਥਾ ਹੁੰਦੀ ਹੈ, ਕਿਉਂਕਿ ਜਿਹੜੇ ਸਾਧ ਸੰਗਤ ਜੀ ਪਰਮੇਸ਼ਰ ਨੂੰ ਮਿਲਣ ਦਾ ਯਤਨ ਕਰਦੇ ਹੋਏ ਸੋਚਦੇ ਆ ਕਿ ਸੰਸਾਰ ਨੂੰ ਛੱਡੋ ਤੇ ਮਾਇਆ ਦਾ ਤਿਆਗ ਕਰਨਾ, ਜੰਗਲਾਂ 'ਚ ਚਲੇ ਜਾਓ। ਕਬੀਰ ਸਾਹਿਬ ਜੀ ਨੇ ਕਿਹਾ, ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਜਿਹਨੂੰ ਪੇਟ ਲੱਗਾ ਉਹਨੂੰ ਮਾਇਆ ਜ਼ਰੂਰ ਵਿਆਪਦੀ ਹੈ। ਕਿੱਥੋਂ ਮਾਇਆ ਛੱਡ ਦਿਓਗੇ? ਮਾਇਆ ਦਾ ਤਿਆਗ ਸਰੀਰ ਕਰਕੇ ਨਹੀਂ ਹੁੰਦਾ, ਮਾਇਆ ਦਾ ਤਿਆਗ ਮਨ ਕਰਕੇ ਹੁੰਦਾ ਹੈ, ਜਿਵੇਂ ਜਨਕ ਰਾਜਾ ਜੀ ਨੇ ਕੀਤਾ ਸੀ। ਸੁਖਦੇਵ ਮੁਨੀ ਆਪਣੇ ਆਪ ਨੂੰ ਸਮਝਦਾ ਮੈਂ ਬੜਾ ਤਿਆਗੀ ਆ ਤੇ ਇਹ ਮੈਨੂੰ ਰਾਜਾ ਕੀ ਉਪਦੇਸ਼ ਦੇਊਗਾ। ਤੇ ਕਹਿਣ ਲੱਗਾ ਸੀ ਸੁਖਦੇਵ ਮੁਨੀ
कि महाराज सोने का तख्त है, कहते सोने का ही है, मेरे अंदर तो नहीं ना लगा होया। कहता जी ये हीरे जड़े हुए है। तो जनक राजा जी कहते किहड़े मेरी छाती च जड़े है, ये च जड़े है ना। ये जिन्हों लपाए मान गई है उन्हों ही खिच कर दी है माया। जिन्हों लपाए मान गई कोई नहीं, वो फिर जिमें चंद्रमा आकाश चढ़िया होया उस पानी दे विच अक्ष तां दिस रहा है पर फिर भी पानी तो असंग है। इवें जो जनक राजा सी ना वो माया विच रहिंदे होए भी माया तो असंग सीगे, ते सुखदेव मुनि त्यागी हुंदा होया भी माया च फसिया होया सी। जदों अग लगी वो साखी सुनी सतसंगियां ने ते वो उठ के चलिया सी अपनी फौड़ी लैन ते तूंबा लैन। जनक जी ने पूछया किधर चलिया? कहंदा महाराज अग तां डेढ़ी तक आ गई, उत्थे मैं फौड़ी ते तूंबा रख के आया सां। जनक जी ने कहा साडे सोने दे महल जलदे असीं नहीं कोई फिक्र कीता, ते दस तू माया धारी है कि असीं माया धारी हैं? तेरी बिरती अजे तक फौड़ी विच ही तूंबी विच ही फसी हुई है। फिर ये शरनी पिया सीगा। तो हजूर ने इस प्रकार फरमाया कि भाई इन्हां नूं संकल्प विकल्प नहीं फुरदा है। वेखण वाले नूं प्रतीत हुंदा है कि बड़े फुरने करदे होणगे, बड़े सुख भोगदे होणगे, जां कोई दुख आ गया ते बड़े भी परेशान होणगे। नहीं, उन्हां दी बिरती दुखां सुखां तो निर्लेप हुंदी है। किसे दा कोई फुरना उन्हां दे मन विच आ जाए तां भी वो मेट ही दिंदे आ कि भाई लै पदार्थ लै लै, पर दोबारा सानू इन्हां चीजां वास्ते ना तंग करी। वाहिगुरू दा भजन करया कर। संसार नाशवंत है, शरीर मिथ्या रहने नहीं। अपने असल स्वरूप नूं ब्रह्म स्वरूप नूं पछाण लै, फिर दुखां सुखां तो रहत हो जावेंगा। यही सिक्ख्या दिंदे है। भी संकल्पां विकल्पां रूपी खाने नूं अभाव करन विच उन्हां दी दोस्ती मित्रता ही हुंदी है, होर कोई फुरना फुरनी नहीं दिंदे। चौथे आई ऊंघ। जेड़ी चौथी फिर महाराज ने कहा तुरिया पद वै। जदों ये अवस्थावां ब्रह्म बेते नूं प्राप्त हुंदियां ना, फिर तुरिया पद विच ये चलिया जांदा है। उत्थे फिर पाप ते पुण्य नहीं रहिंदा कोई भी। जो ब्रह्म ज्ञानी करे ना उहदे हत्थों जो भी हुंदा फिर पाप नहीं हुंदा। ब्रह्म ज्ञानी ते कछ बुरा ना पया, कदे बुरा हुंदा ही नहीं, पाप कर्म हुंदा ही नहीं। वो पापां ते पुन्नां तो उपर उठ जांदा है। ये हजूर कहंदे चौथी अवस्था तुरिया अवस्था। उत्थे फिर निर्विकल्प समाधि रूपी जिहड़ी ऊंघ नींद है ना वो आ जाती है। एक रस फिर समाधि लीन हो जाते है। जदों ये समाधि लगती है ना, चाहे तो वो बिरती उथान अपनी मर्जी नाल तां उत्थे नहीं हो सकती। परमेश्वर दी मौज है, जे उन्हां कोलों जगत दी कल्याण कराउणी होवे तो फिर बिरती उथान महाराज कर दिंदे है, शरीर विच उन्हां नूं लै आउंदे है। ते जे ब्रह्म बेते दी मौज होवे ते फिर इउं कई वारी उन्हां दा उस आनंद विच शरीर भी छड्ड दिंदे है। महाराज कहंदे भाई इहो जी उन्हां नूं जिहड़ी है ये तुरिया पद रूपी जिहड़ी है नींद आउंदी है, ब्रह्म ज्ञान दे उस आनंद विच समा जांदे है, निर्विकल्प समाधि विच चले जांदे आ। अखी मीट पवार गया। ये अखां मीट करके परारूप जो ब्रह्म है उहदे विच ही समा जांदे है। जदों ब्रह्म च ही समा गए फिर तां कोई भाव ही नहीं रहिंदा, ना सूरज ना चंद्रमा ना आकाश ना धरती ना पौन ना पानी, कुछ भी नहीं। ना कोई ठोस ना कोई तरल ना कोई सूक्ष्म ना कोई स्थूल, फिर तां कुछ रहिंदा नहीं। वो तां फिर ब्रह्म रूप ही हो जाते है। इउं हजूर कहंदे भाई जदों वो अपनियां अखां मीटदे आ ना, नेत्र बंद करके ये समाधि दे लाउण दा साध संगत जी धर्म मन्निया। भावें कि ब्रह्म बेते दी जागदियां भी अवस्था इहो ही है कि मन साचा मुख साचा सोए, अवर न पेखा एक बिन कोय। वो होर किसे नूं एक तो बिना वेखदे नहीं है। उन्हां दी अवस्था यही है जदों वो नेत्र बंद करके ध्यान लाउंदे है, वाहिगुरू दे हुक्म विच इस आनंद नूं इउं माणदे है। कई कई वार ये पहलों जदों अवस्थावां नूं कमाउंदे है ना, ते ये निर्विकल्प समाधि जिहड़ी है ये अपने वस नहीं, निरंकार ही कृपा करके उन्हां नूं ये तुरिया पद रूपी नींद दिंदे है। जिवें बाबा करम सिंह जी होरती मरदान वाले महापुरख होए ना, वो रोज जदों फौज विच नौकरी करदे सी ते
ਜਿਹੜਾ ਅੰਮ੍ਰਿਤ ਵੇਲਾ ਉੱਠ ਕੇ ਉਹ ਨਦੀ ਦੇ ਕਿਨਾਰੇ ਭਜਨ ਕਰਨ ਚਲੇ ਜਾਂਦੇ। ਤੇ ਇੱਕ ਦਿਨ ਉਹਨਾਂ ਨੂੰ ਫਿਰ ਇਹ ਨਿਰਵਿਕਲਪ ਸਮਾਧੀ ਲੱਗ ਗਈ। ਮਹਾਰਾਜ ਨੇ ਕਿਰਪਾ ਕਰਤੀ, ਰੋਜ਼ ਜਦੋਂ ਵਾਹਿਗੁਰੂ ਮੰਤਰ ਜਪਦੇ ਨਦੀ ਦੇ ਕੰਢੇ ਇਸ਼ਨਾਨ ਕਰਕੇ, ਤੇ ਉਸ ਦਿਨ ਜਦੋਂ ਅੱਗੇ ਰੋਜ਼ ਦਾ ਨਿਯਮ ਕੀ ਸੀ, ਸੂਰਜ ਚੜ੍ਹਦਾ ਸੀ, ਆ ਕੇ ਆਪਣੀ ਡਿਊਟੀ ਤੇ ਹਾਜ਼ਰ ਹੋ ਜਾਂਦੇ ਸੀ, ਫਿਰ ਡਿਊਟੀ ਕਰਦੇ ਸੀਗੇ। ਤੇ ਉਸ ਦਿਨ ਸੂਰਜ ਚੜ੍ਹਿਆ, ਸਮਾਧੀ ਲੱਗੀ, ਪਤਾ ਹੀ ਨਹੀਂ। ਉੱਥੇ ਤਾਂ ਦੇਸ਼ ਕਾਲ ਵਸਤੂ ਰਹਿੰਦਾ ਹੀ ਨਹੀਂ ਨਿਰਵਿਕਲਪ ਸਮਾਧੀ ਵਿੱਚ, ਕਿ ਕਿਹੜਾ ਦੇਸ਼ ਹੈ, ਕਿਸ ਪਦਾਰਥ ਜਾਂ ਸਰੀਰ ਦੇ ਵਿੱਚ ਆ, ਇਹ ਤਾਂ ਪਤਾ ਹੀ ਸੋਝੀ ਨਹੀਂ। ਉਸ ਸਮੇਂ ਮਹਾਰਾਜ ਦੇ ਵਿੱਚ ਹੀ, ਸਰੂਪ ਜਿਹਦੇ ਵਿੱਚ ਹੀ ਜਿਹੜਾ ਹੈ ਚਿੱਤ ਸਮਾ ਜਾਂਦਾ, ਚਿੱਤ ਵੀ ਅਭਾਵ ਹੀ ਹੋ ਜਾਂਦਾ, ਉੱਥੇ ਤਾਂ ਬ੍ਰਹਮ ਰੂਪ ਹੀ ਹੋਈਦਾ। ਜਦੋਂ ਸਮਾਧਾ ਖੁੱਲਿਆ ਹੀ ਨਹੀਂ, ਫਿਰ ਹੌਲੀ ਹੌਲੀ ਸ਼ਾਮਾਂ ਪੈ ਗਈਆਂ। ਜਦੋਂ ਸ਼ਾਮ ਦਾ ਸਮਾਂ ਹੋਇਆ, ਮਹਾਰਾਜ ਨੂੰ ਭਾਇਆ ਤੇ ਸਮਾਧੀ ਖੁੱਲੀ। ਸਮਾਧੀ ਖੁੱਲੀ ਤੇ ਬੜਾ ਮਨ ਵਿੱਚ ਅਚਰਜ ਹੋਏ ਕਿ ਅੱਜ ਤਾਂ ਇਹ ਕੀ ਖੇਡ ਵਰਤ ਗਈ ਕਿ ਪਤਾ ਹੀ ਨਹੀਂ ਲੱਗਾ। ਇਹ ਬੜੀ ਔਖੀ ਗੱਲ ਹੈ। ਜਿਸ ਦਾ ਮਨ ਨਹੀਂ ਲੱਗਦਾ ਹੁੰਦਾ ਨਾ, ਉਹਨੂੰ ਤਾਂ ਜਪਜੀ ਸਾਹਿਬ ਪੂਰਾ ਕਰਨਾ ਔਖਾ ਹੁੰਦਾ। ਘੜੀ ਮੁੜੀ ਘੜੀ ਵੱਲ ਵੇਖਦੇ ਐ ਕਿ ਚਾਹ ਪੀਣ ਦਾ ਵਕਤ ਹੁਣ ਹੋ ਗਿਆ, ਨਿਤਨੇਮ ਹੀ ਕਰੀ ਜਾਣਾ। ਉਹ ਚਾਹ ਪੀਣ ਨੂੰ ਮਨ ਬਾਰ-ਬਾਰ ਦੌੜਦਾ ਹੈ। ਉਹ ਜਿਹੜੀ ਇਹੋ ਜੀ ਨਿਰਵਿਕਲਪ ਸਮਾਧੀ ਕਿ ਉਹਨਾਂ ਨੂੰ ਸੰਸਾਰ ਦਾ ਹੀ ਪਤਾ ਨਹੀਂ ਲੱਗਾ ਕਿ ਸਮਾਂ ਕਿਵੇਂ, ਸੂਰਜ ਕਦੋਂ ਚੜ੍ਹ ਗਿਆ, ਕਦੋਂ ਦੁਪਹਿਰ ਹੋਈ, ਕਦੋਂ ਸ਼ਾਮਾਂ ਪੈ ਗਈਆਂ। ਫਿਰ ਬੜੀ ਕਾਹਲੀ ਨਾਲ ਉੱਠ ਕੇ ਤੁਰ ਪਏ। ਉਸ ਦਿਨ ਕਹਿੰਦੇ ਆ ਬੈਰਕ ਵਿੱਚ ਗੋਰੇ ਆਫੀਸਰ ਨੇ ਆਉਣਾ ਸੀ, ਤੇ ਉਹਨਾਂ ਦਾ ਸਾਰਾ ਜਿਹੜਾ ਸੀ ਫੌਜ ਦੇ ਸਿਪਾਹੀਆਂ ਨੂੰ, ਉਹਨਾਂ ਦੇ ਜਿਹੜਾ ਦਰੋਗਾ ਸੀ ਉਹਨੇ ਕਿਹਾ ਸੀ ਸਾਰੇ ਤਿਆਰੀ ਕਰਿਓ, ਤੇ ਅਫਸਰ ਨੇ ਵੇਖਣਾ, ਸਭ ਦੀ ਵਰਦੀ ਵੇਖਣੀ ਹੈ, ਰਫਲ ਚੱਕ ਕਰਨੀ ਹੈ, ਤੇ ਸਾਰੇ ਧਿਆਨ ਨਾਲ ਪੂਰੀ ਤਿਆਰੀ ਕਰਕੇ ਰੱਖਿਓ, ਕਿਸੇ ਦੀ ਕੋਈ ਮੈਨੂੰ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਗੋਰਾ ਅਫਸਰ ਜਦੋਂ ਆਇਆ, ਉਹਨ ਫਿਰ ਸਾਰੀ ਚੈੱਕਅਪ ਕੀਤਾ ਤੇ ਚਲਿਆ ਗਿਆ ਸੀਗਾ। ਸ਼ਾਮਾਂ ਦਾ ਤਾਂ ਵਕਤ ਹੋ ਗਿਆ ਸੀ। ਤੇ ਬਾਬਾ ਕਰਮ ਸਿੰਘ ਜੀ ਮਹਾਰਾਜ ਜਦੋਂ ਆਏ ਤੇ ਦਰੋਗੇ ਨੂੰ ਕਹਿਣ ਲੱਗੇ, ਦਰੋਗਾ ਸਾਹਿਬ ਮੈਥੋਂ ਗਲਤੀ ਹੋ ਗਈ ਅੱਜ ਕਿ ਮੈਂ ਸਮਾਂ ਸਿਰ ਪਹੁੰਚ ਨਹੀਂ ਸਕਿਆ। ਤੇ ਉਹ ਦਰੋਗੇ ਨੇ ਬੜੇ ਹੱਥ ਮੋਢੇ ਤੇ ਰੱਖ ਕੇ ਕਿਹਾ, ਕਰਮ ਸਿੰਘ क्या बात करते हो, ऑफिसर ने तो तुमको बहुत अच्छा इनाम दिया है। क्या? करम सिंह की वर्दी बहुत अच्छी, इसकी रफल बहुत अच्छी चमक रही थी। वो कहने लगा, महाराज बाबा करम सिंह जी कहते मेरे तो दरोगा साहब आया नहीं गया ते मैं तो नहीं पहुंच सकिया। कहने लगे तुम हमसे मजाक करते हो। ये जो बाबा करम सिंह जी ने कहा तो उन्होंने फिर जान लिया कि मेरी थामे महाराज गुरु गोबिंद सिंह साहब ही पहरा देता है। इस करके उन्होंने उदों फिर मन च बराग हो गया सी बाबा जी नूं। कहने लगे कि असीं जिन्हां सतगुरां जी ने साडी खातर इत्थे आके पहरा दिता है ना, असीं हुण रहिंदी जिंदगी उन्हां सतगुरां दी चाकरी करनी है, हुण तुहाडी ये नौकरी नहीं करनी। तो कहने लगे फौज दी नौकरी ओ नहीं छड्ड सकी दी ना। वो कहंदे ऐसे तुम क्यों कैसे छोड़ दोगे नौकरी। बाबा करम सिंह जी कहंदे जब साडा नाम ही नहीं तुहानूं लभणा रजिस्टरां च। फूलदे रहे बाबा जी, नौकरी छड्ड के फिर सारी उम्र बंदगी कीती, बहुत भारी महापुरख होए। ये उन्हां नूं तुरिया पद दी नींद आउंदी है। हजूर कहंदे समाधि रूपी नींद आ जाती है जदों अखियां मीटदे है, फिर परारूप जिहड़ा पवार गया, परारूप ब्रह्म दे अंदर ही चले जांदे है, ब्रह्म विच अभेद हो जांदे आ। भी उठ रचियोन बाद उन्हां नूं साध संगत जी फिर जन्म नहीं हुंदा, पर जे परमेश्वर दे भेजे हुए आउण। महाराज ने कहा कि जन्म मरण दुहू मैं नाही, जन परोपकारी आए, जी दान दे भगती लायन, हर स्यों लैन मिलाए। जे फिर वो वाहिगुरु दे भेजे हुए आउंदे आ ना, इत्थे फिर वो आ करके बुराइयां नाल वाद रचा दिंदे आ, बड़े जीआं दा भला करदे आ। उन्हां नूं सुते पिया नूं गाफलताई दी नींद चों उठा के कहंदे आ, उठो भाई किथे तुसीं मनुखा जन्म हारदे जा रहे आ। इन्नी कमाई करदे आ, इन्नी साधना करदे आ, इन्नी सेवा करदे आ, उन्हां जीआं नूं भी वकारां नाल लड़ा दिंदे आ। इहो जिहा वाद उन्हां नूं पा करके फिर उन्हां नूं बाजी जितण लई जिहड़ा है ये मनुखा जन्म दी साध संगत जी उन्हां नूं भी तैयार कर दिंदे आ। इहो जिहा उगणा पापां वकारां नाल झगड़ा पाउंदे आ भी आउण फिर भी संसार दे अंदर ते जीआं दे भले लई आउंदे आ। सै
ਵਰਿਆ ਕੀ ਪਿੜ ਬੱਧੀ। ਜਿਹੜੀ ਸੈਂਕੜੇ ਵੜਿਆਂ ਦੀ ਇਹ ਪਿੜ ਬਾਜੀ ਵੱਜੀ ਹੋਈ ਸੀ ਨਾ ਜੰਮਣ ਮਰਨ ਦੀ, ਉਹਨਾਂ ਨੇ ਬੱਧੀ ਵੱਧ ਕਰ ਦਿੱਤਾ, ਇਹਦਾ ਨਾਸ਼ ਹੀ ਕਰ ਦਿੱਤਾ। ਜੀਆਂ ਦੀ ਵੀ ਬਾਜੀ ਗਲੋਂ ਲਾਹ ਦਿੱਤੀ, ਇਉਂ ਫਾਹੀ ਗਲੋਂ ਲਾ ਦਿੰਦੇ ਆ। ਸਭੇ ਵੇਲਾ ਵਕਤ ਸਭ। ਹਜੂਰ ਫਰਮਾਉਂਦੇ ਆ ਉਹ ਬ੍ਰਹਮ ਬੇਤੇ ਦੇ ਸਾਰੇ ਹੀ ਵੇਲੇ, ਸਾਰੇ ਹੀ ਰਾਤ ਦੇ ਜਿਹੜੇ ਵਕਤ ਹਨ। ਜੇ ਅਠੀ ਭਉ ਹੋਏ। ਜਦੋਂ ਅੱਠੇ ਪੈਰ ਉਹਨਾਂ ਨੂੰ ਭਉ ਵਾਹਿਗੁਰੂ ਦਾ ਡਰ ਮਨ ਵਿੱਚ ਵਸਿਆ ਰਹਿੰਦਾ ਹੈ, ਤੇ ਹਜੂਰ ਕਹਿੰਦੇ ਕਿਉਂ ਨਹੀਂ ਸਫਲੇ ਹੋਣਗੇ। ਉਹਨਾਂ ਦੇ ਹਜੂਰ ਕਹਿੰਦੇ ਸਾਰੇ ਹੀ ਦਿਨ ਦੇ ਸਮੇਂ, ਰਾਤ ਦੇ ਵਕਤ ਉਹਨਾਂ ਦੇ ਸਫਲੇ ਹੁੰਦੇ ਆ। ਦਿਨ ਨੂੰ ਭਜਨ ਕਰਦੇ ਰਹਿੰਦੇ ਆ, ਰਾਤਾਂ ਨੂੰ ਉੱਠ ਉੱਠ ਕੇ ਭਜਨ ਕਰਦੇ ਆ। ਇਹ ਬ੍ਰਹਮ ਬੇਤੇ ਦੀ ਅਵਸਥਾ ਏ, ਗੁਰੂ ਘਰ ਦੀ ਇਹ ਮਰਿਆਦਾ ਹੈ। ਅਜਰ ਸ਼ਕਤੀ ਨੂੰ ਆਪਣੇ ਅੰਦਰ ਜਰਨ ਦੀ, ਇੰਨੀ ਵੱਡੀ ਸ਼ਕਤੀ ਆ ਜਾਂਦੀ ਹੈ, ਬ੍ਰਹਮ ਸਰੂਪ ਹੋ ਜਾਂਦੇ ਆ, ਪਰ ਫਿਰ ਵੀ ਭਜਨ ਦਾ ਨਿਯਮ ਨਹੀਂ ਛੱਡਦੇ। ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਆਖਿਆ ਸੀ। ਜਦੋਂ ਬਾਬਾ ਬੁੱਢਾ ਸਾਹਿਬ ਨੇ ਇਸ਼ਨਾਨ ਨਾ ਕੀਤਾ ਤੇ ਸਿੱਖਾਂ ਨੇ ਕਿਹਾ ਮਹਾਰਾਜ ਬਾਬਾ ਬੁੱਢਾ ਸਾਹਿਬ ਨਹੀਂ ਇਸ਼ਨਾਨ ਕਰਦੇ, ਆਪ ਨੇ ਇਹਨਾਂ ਨੂੰ ਨਹੀਂ ਮਹਾਰਾਜ ਇਹ ਆਖਿਆ। ਸਤਿਗੁਰੂ ਜੀ ਨੇ ਫਿਰ ਕਿਹਾ ਬਾਬਾ ਬੁੱਢਾ ਸਾਹਿਬ ਜੀ ਤੁਸਾਂ ਗੁਰਸਿੱਖ ਕਹਿੰਦੇ ਇਸ਼ਨਾਨ ਨਹੀਂ ਸੋਧਿਆ। ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਜਿੱਥੇ ਤੁਸੀਂ ਮੈਨੂੰ ਪਹੁੰਚਾਉਣਾ ਸੀ ਪਹੁੰਚਾਤਾ ਹੈ, ਹੁਣ ਤਾਂ ਇਸ਼ਨਾਨ ਦੀ ਕਰਨ ਦੀ ਕੀ ਲੋੜ ਵੈ, ਸਾਧਨਾ ਕਰਨ ਦੀ। ਮਹਾਰਾਜ ਨੇ ਕਿਹਾ ਠੀਕ ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਨਹੀਂ ਲੋੜ, ਤੁਸੀਂ ਉੱਥੇ ਪਹੁੰਚ ਗਏ ਆ ਜਿੱਥੇ ਇਸ਼ਨਾਨ ਦੀ ਕੀ ਲੋੜ ਹੈ, ਜਿੱਥੇ ਸਾਧਨਾ ਦੀ ਕੀ ਲੋੜ ਹੈ। ਤੁਸੀਂ ਤਾਂ ਆਪ ਹੀ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਉਹਦੇ ਵਿੱਚ ਸਮਾਏ ਹੋਏ ਹੋ। ਪਰ ਇੱਕ ਹੈ ਵੀ ਤੁਸੀਂ ਹੁਣ ਮੁਖੀ ਗੁਰਸਿੱਖ ਹੋ, ਗੁਰੂ ਨਾਨਕ ਸਾਹਿਬ ਦੇ ਮੁਖੀ ਸਿੱਖ ਹੋ। ਤੇ ਜੇ ਤੁਸੀਂ ਆਪਣਾ ਜੀਵਨ ਨਹੀਂ ਆਦਰਸ਼ਮਈ ਜੀਵਿਆ ਤੇ ਸਿੱਖਾਂ ਦੇ ਉੱਤੇ ਕਿਵੇਂ ਅਸਰ ਪਏਗਾ। ਹੁਣ ਤੁਸੀਂ ਆਪਣੇ ਲਈ ਨਹੀਂ, ਸਿੱਖਾਂ ਲਈ, ਸੰਸਾਰ ਲਈ ਜੀਵਣਾ ਹੈ। ਸਿੱਖਾਂ ਦੇ ਵੇਖਣ ਨੂੰ ਕਿ ਬਾਬਾ ਬੁੱਢਾ ਸਾਹਿਬ ਇਸ਼ਨਾਨ ਕਰਦੇ ਆ, ਧਿਆਨ ਟਿਕਾਉਂਦੇ ਆ, ਨਿਤਨੇਮ ਕਰਦੇ ਆ, ਜਪਜੀ ਸਾਹਿਬ ਪੜ੍ਹਦੇ ਆ, ਤੇ ਭਈ ਹੋਰ ਕੌਣ ਹੈ ਜਿਹੜਾ ਬਾਬਾ ਬੁੱਢਾ ਸਾਹਿਬ ਤੋਂ ਵੱਡਾ ਸਿੱਖ ਹੋਏ ਵੀ ਮੈਂ ਨਹੀਂ ਕਰਨਾ, ਮੇਰੀ ਬੜੀ ਬ੍ਰਹਮ ਅਵਸਥਾ ਬਣੀ ਹੈ। ਕਈ ਇਉਂ ਹੀ ਨਾ ਸਾਧ ਸੰਗਤ ਜੀ ਕੀ ਹੈ, ਕਹਿੰਦੇ ਬੜੀ ਅਵਸਥਾ ਬਣ ਗਈ, ਕਕਾਰ ਹੀ ਲਾ ਦਿੰਦੇ ਆ। ਕਹਿੰਦੇ ਹੁਣ ਕੀ ਲੋੜ ਹੈ ਕਕਾਰਾਂ ਦੀ, ਬ੍ਰਹਮ ਦੇ ਵਿੱਚ ਸਮਾ ਗਏ ਆ। ਕਿਰਪਾਨ ਕਹਿੰਦੇ ਕਿੱਥੇ ਹੈ, ਉਹ ਕਹਿੰਦੇ ਬਸ ਬ੍ਰਹਮ ਰੂਪ ਹੋ ਗਏ, ਹੁਣ ਕਿਰਪਾਨ ਕੀ ਕਰਨੀ ਹੈ। ਜੇ ਪੁੱਛੀਏ ਕਿ ਭਾਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬ੍ਰਹਮ ਰੂਪ ਨਹੀਂ ਸੀ ਸੱਚੇ ਪਾਤਸ਼ਾਹ, ਮਹਾਰਾਜ ਜੀ ਦੇ ਖਾਤਰੇ ਕਿਰਪਾਨ ਸੀ। ਹਜੂਰ ਨੇ ਆਪ ਸਾਨੂੰ ਇਹ ਸਿੱਖਿਆ ਦਿੱਤੀ ਹੈ, ਇਸ ਕਰਕੇ ਮਹਾਰਾਜ ਦੀ ਜਿਹੜੀ ਸਿੱਖਿਆ ਨਾ ਉਹਨੂੰ ਨਹੀਂ ਕਦੇ ਵਿਸਾਰਨਾ ਚਾਹੀਦਾ। ਅੱਠੇ ਪੈਰ ਭਉ ਬ੍ਰਹਮ ਗਿਆਨੀ ਦੇ ਮਨ ਅੰਦਰ ਹੁੰਦਾ ਹੈ। ਵਾਹਿਗੁਰੂ ਦਾ ਡਰ ਜਦੋਂ ਹੋਵੇ ਮਨ ਦੇ ਅੰਦਰ, ਫਿਰ ਸਾਰਾ ਦਿਨ ਚਾਰ ਪੈਰ ਦਾ ਤੇ ਚਾਰ ਪੈਰ ਦੀ ਰਾਤ ਉਹਨਾਂ ਦੀ ਸਫਲੀ ਹੁੰਦੀ ਹੈ। ਵਾਹਿਗੁਰੂ ਅੰਗ ਸੰਗ ਰਹਿੰਦੇ ਆ। ਨਾਨਕ ਸਾਹਿਬ ਮਨ ਵਸੈ। ਹਜੂਰ ਕਹਿੰਦੇ ਸਾਹਿਬ ਮਾਲਕ ਜਿਹੜਾ ਵਾਹਿਗੁਰੂ ਉਹਨਾਂ ਦੇ ਸਦਾ ਹੀ ਬ੍ਰਹਮ ਗਿਆਨੀਆਂ ਦੇ ਮਨ ਵਿੱਚ ਵਸਦਾ ਏ। ਸੱਚਾ ਨਾਵਣ ਹੋ, ਉਹ ਉਹਨਾਂ ਦਾ ਸੱਚਾ ਇਸ਼ਨਾਨ ਹੈ। ਅੰਦਰੋਂ ਵੀ ਇਸ਼ਨਾਨ ਕਰਦੇ ਐ, ਬਾਹਰੋਂ ਵੀ ਇਸ਼ਨਾਨ ਕਰਦੇ ਐ। ਬਾਹਰੋਂ ਸਤਿਗੁਰੂ ਜੀ ਦੇ ਦਿੱਤੇ ਦਿਸੇ ਹੋਏ ਉਪਦੇਸ਼ ਮੁਤਾਬਕ ਕਿ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਕਹਿੰਦਾ ਨਹੀਂ ਅਖਾਉਂਦਾ ਤੇ ਉਹਦੀ ਤਾਂ ਭਲਾ ਫਿਰ ਗੱਲ ਹੀ ਕੀ ਕਰਨੀ ਹੈ। ਜੇ ਤੇ ਅਖਾਉਨੇ ਆ ਕਿ ਆਪਾਂ ਮਹਾਰਾਜ ਦੇ ਸਿੱਖ ਹਾਂ, ਫਿਰ ਭਲ ਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ। ਮਹਾਰਾਜ ਨੇ ਕਿਹਾ ਵੀ ਉਦਮ ਕਰਨਾ ਚਾਹੀਦਾ ਹੈ। ਭਲ ਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਇਸ਼ਨਾਨ ਕਰੇ ਅੰਮ੍ਰਿਤ ਦੇ ਸਰੋਵਰ ਵਿੱਚ, ਭਾਵ ਜਿਹੜਾ ਨਾਮ ਦਾ ਸਰੋਵਰ ਹੈ, ਇਹ ਅੰਮ੍ਰਿਤ ਦਾ ਸਰੋਵਰ ਹੈ। ਬਾਹਰੋਂ ਵੀ ਇਸ਼ਨਾਨ ਸੋਧ ਲਵੇ, ਇਹ ਸਰੀਰ ਦੀ ਤਾਜ਼ਗੀ ਵਾਸਤੇ ਹੈ। ਤੇ ਜਦੋਂ ਸਰੀਰ ਫਿਰ ਇਸ ਅਵਸਥਾ ਤੱਕ ਚਲੇ ਜਾਂਦਾ ਹੈ ਕਿ ਕਦੋਂ ਰੋਗ ਵੀ ਚਿੰਬੜ ਜਾਂਦੇ ਆ, ਤੇ ਫਿਰ ਰੋਗ ਦੀ ਅਵਸਥਾ ਵਿੱਚ ਜੇ ਇਸ਼ਨਾਨ ਨਾ ਵੀ ਹੋਵੇ ਨਾ, ਤਾਂ ਵੀ ਗੁਰਸਿੱਖ ਥੋੜਾ ਮੁਖ ਤੇ ਜਲ ਵਰਤ ਕੇ ਭਜਨ ਵਿੱਚ ਚਿੱਤ ਜੋੜ ਕੇ ਬਹਿ ਜਾਂਦੇ, ਅੰਦਰਲਾ ਇਸ਼ਨਾਨ ਨਹੀਂ ਛੱਡਦੇ। ਪਰ ਐਸੇ ਨਿਜਮੀ ਗੁਰਸਿੱਖ ਵੇਖੇ ਐ ਕਿ ਉਹ ਚੜੇ ਹੋਏ ਤਾਪ ਤੇ ਵੀ ਇਸ਼ਨਾਨ ਕਰਕੇ ਆਪ ਦਾ ਨਿਤਨੇਮ ਨਿਜਮ ਇਸ਼ਨਾਨ ਦਾ ਵੀ ਨਹੀਂ ਛੱਡਦੇ, ਚਾਹੇ ਸਫ਼ਰ ਕਰਨ, ਚਾਹੇ ਕਿਸ ਤਰ੍ਹਾਂ ਉਹ ਨਿਜਮ ਆਪਣਾ ਨਿਭਾ ਲੈਂਦੇ ਐ। ਜਿਹੜੇ ਆਪਣੇ ਨਿਤਨੇਮ ਵਿੱਚ ਪਰਪੱਕ ਹੋਣ, ਉਹਨਾਂ ਦਾ ਨਿਜਮ ਫਿਰ ਵਾਹਿਗੁਰੂ ਨਿਭਾਉਂਦੇ ਐ। ਆਪ ਕਿਰਪਾ ਕਰਦੇ, ਉਹ ਮਾਣ ਨਹੀਂ ਰੱਖਦੇ ਮਹਾਰਾਜ ਉੱਤੇ, ਇਹ ਓਟ ਰੱਖਦੇ ਕਿ ਮਹਾਰਾਜ ਨਿਜਮ ਤੁਸੀਂ ਹੀ ਨਿਭਾਉਣਾ ਹੈ। ਤੇ ਵਾਹਿਗੁਰੂ ਕਿਰਪਾ ਕਰਕੇ ਫਿਰ ਸਤਿਗੁਰੂ ਜੀ ਉਹਨਾਂ ਦਾ ਨਿਜਮ ਪੂਰਾ ਤੋੜ ਨਿਭਾਉਂਦੇ ਐ।
ਉਹਨਾਂ ਦਾ ਹੀ ਸਾਧ ਸੰਗਤ ਜੀ ਸੱਚਾ ਇਸ਼ਨਾਨ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਭਾਈ ਅੰਦਰ ਦੀ ਬ੍ਰਹਮ ਬੇਤਿਆਂ ਦੀ ਅਵਸਥਾ ਪ੍ਰਾਪਤ ਹੋਈ ਹੈ ਉਹਨਾਂ ਦਾ ਸੱਚਾ ਨਹਾਉਣਾ ਹੁੰਦਾ, ਸੱਚਾ ਇਸ਼ਨਾਨ ਹੁੰਦਾ ਹੈ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਸੇਈ ਪੂਰੇ ਸਾਹ। ਇਹ ਸਾਧ ਸੰਗਤ ਜੀ ਸ਼ਬਦ ਜਿਹੜੀ ਪਿੱਛੇ ਸਾਖੀ ਆਈ ਸੀ ਥੋੜੇ ਦਿਨ ਪਹਿਲਾਂ, ਮੇਰਾ ਜਿਹੜਾ ਧਾੜਵੀ ਸੀ ਨਾ, ਮੇਰਾ ਚੋਰ, ਉਹਦੇ ਪ੍ਰਥਾਏ ਮਹਾਰਾਜ ਸਿੱਖਿਆ ਦਿੱਤੀ ਸੀ। ਜਦੋਂ ਉਹ ਉਥੇ ਕਹਿੰਦੇ ਆ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ ਨਾ, ਅੱਗ ਨੇ ਉਸ ਨੂੰ ਸਾੜਿਆ ਨਹੀਂ, ਤੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਆ ਕੇ ਉਸਨੇ ਫਿਰ ਦੱਸਿਆ ਕਿ ਮਹਾਰਾਜ ਇਸ ਤਰ੍ਹਾਂ ਭਾਣਾ ਵਾਪਰਿਆ। ਤੇ ਉਹ ਸਾਰੀ ਗੱਲ ਜਦੋਂ ਦੱਸੀ, ਕਿਉਂਕਿ ਉਹ ਸਿੱਖ ਦੇ ਮੱਥੇ ਵੱਲ ਹੀ ਵੇਖ ਕੇ ਗੁਰੂ ਅੰਗਦ ਸਾਹਿਬ ਜੀ ਕਹਿਤਾ ਸੀ ਕਿ ਭਾਈ ਤੈਨੂੰ ਹੁਣ ਕੀ ਸੇਵਾ ਦੱਸਦੀ ਏ, ਤੇਰੀ ਤਾਂ ਉਮਰ ਹੀ 8 ਪੈਰ ਰਹਿ ਗਈ ਹੈ। ਤੇ ਉਹ ਫਿਰ ਉਹਦੀ ਮੌਤ ਆ ਗਈ ਸੀ, ਉਹਨਾਂ ਨੇ ਉਹ ਜਿਹੜੀ ਵਾਰ ਸੀ ਉਹਨਾਂ ਨੇ ਮਾਰ ਦਿੱਤਾ ਉਹਨੂੰ। ਤੇ ਭਾਈ ਮੇਰਾ ਜਿਹੜਾ ਸੀ ਇਹ ਮਹਾਰਾਜ ਦੇ ਸ਼ਰਨ ਚ ਆ ਗਿਆ, ਉਹ ਦੱਸਿਆ ਮਹਾਰਾਜ ਮੈਂ ਤਾਂ ਚੋਰ ਹਾਂ। ਸਤਿਗੁਰੂ ਜੀ ਨੂੰ ਕਹਿੰਦਾ ਮਹਾਰਾਜ ਮੈਂ ਤਾਂ ਅੱਗ ਨੇ ਵੇਖੋ ਮੈਨੂੰ ਸਾੜਿਆ ਨਹੀਂ ਤੁਹਾਡੇ ਬਚਨਾਂ ਕਰਕੇ, ਮਹਾਰਾਜ ਮੈਨੂੰ ਸਿੱਖੀ ਦਿਓ। ਹਜੂਰ ਕਹਿੰਦੇ ਉਹ ਸਿੱਖੀ ਨਹੀਂ ਭਾਈ ਅਸੀਂ ਦਿੰਦੇ, ਪਹਿਲੋਂ ਚੋਰੀਆਂ ਛੱਡ। ਕਹਿੰਦਾ ਮਹਾਰਾਜ ਛੱਡੀਆਂ। ਮਹਾਰਾਜ ਕਹਿੰਦੇ ਉਹ ਥੋੜਾ ਛੱਡੀਆਂ ਜਾਂਦੀਆਂ, ਜਿਹੜੀਆਂ ਮੱਝਾਂ ਗਾਵਾਂ ਚੁਰਾ ਕੇ ਲਿਆਂਦੀਆਂ ਨੇ ਉਹ ਜਾ ਪਹਿਲੋਂ ਸਭ ਦੀਆਂ ਵਾਪਸ ਕਰਕੇ ਆ। ਇਹ ਫਿਰ ਸਭ ਦੀਆਂ ਉਹ ਜਿਹੜੀਆਂ ਕੱਟੀਆਂ ਵੱਛੀਆਂ ਮੱਝਾਂ ਗਾਵਾਂ ਸੀਗੀਆਂ ਥਾਂ ਥਾਈ ਵਾਪਸ ਕਰਕੇ ਆਇਆ। ਜਦੋਂ ਇਹਦਾ ਚਿੱਤ ਸੁੱਧ ਹੋ ਗਿਆ ਫਿਰ ਮਹਾਰਾਜ ਨੂੰ ਸਿੱਖੀ ਦਿੱਤੀ ਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਆ। ਫਿਰ ਮੇਰੇ ਚੋਰ ਦੇ ਤਾਈਂ ਇਹ ਬੜੀ ਸ਼ਕਤੀ ਵਾਲਾ ਪੁਰਖ ਹੋਇਆ, ਫਿਰ ਮਹਾਰਾਜ ਨੇ ਇਹਨੂੰ ਬੜੀ ਬਖਸ਼ਿਸ਼ ਕੀਤੀ। ਜਦੋਂ ਵੇਖੋ ਕਿੱਥੇ ਚੋਰ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਤੇ ਭਰੋਸਾ ਕਰ ਗਿਆ ਤੇ ਅੱਗ ਨੇ ਵੀ ਨਹੀਂ ਸਾੜਿਆ। ਮਹਾਰਾਜ ਤੋਂ ਸਿੱਖੀ ਲੈ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ, ਬਹੁਤ ਸ਼ਕਤੀ ਵਾਲਾ ਪੁਰਖ ਹੋਇਆ। ਮਹਾਰਾਜ ਸਿੱਖਿਆ ਦਿੰਦੇ ਆ ਸਾਰੇ ਸੰਸਾਰ ਨੂੰ। ਸੇਈ ਪੂਰੇ ਸਾਹ। ਹਜੂਰ ਕਹਿੰਦੇ ਉਹ ਪੂਰੇ ਸ਼ਾਹੂਕਾਰ ਹੈ, ਪੂਰੇ ਪਾਤਸ਼ਾਹ ਹਨ, ਤਖਤ ਦੇ ਸਰੂਪ ਰੂਪੀ ਤਖਤ ਦੇ ਮਾਲਕ ਹਨ। ਜਿਨੇ ਪੂਰਾ ਪਾਇਆ, ਜਿਨ੍ਹਾਂ ਨੇ ਪੂਰੇ ਬ੍ਰਹਮ ਸਰੂਪ ਨੂੰ ਪਾ ਲਿਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਪੂਰੇ ਪਰਮੇਸ਼ਰ ਨੂੰ ਪਾ ਲਿਆ, ਬਾਕੀ ਸਭ ਚੀਜ਼ਾਂ ਅਧੂਰੀਆਂ ਨੇ ਸੰਸਾਰ ਦੇ ਅੰਦਰ। ਪੂਰਾ ਹੈ ਤਾਂ ਮਹਾਰਾਜ ਨੇ ਕਿਹਾ ਭਾਈ ਉਹ ਪਰਮੇਸ਼ਰ ਆਪ ਪੂਰਾ ਹੈ। ਹਜੂਰ ਕਹਿੰਦੇ ਉਹ ਪੂਰੇ ਸ਼ਾਹੂਕਾਰ ਨੇ, ਪੂਰੇ ਸਾਹਾਂ ਵਾਲੇ ਹਨ, ਜਿਨ੍ਹਾਂ ਨੇ ਭਾਈ ਪੂਰੇ ਪਰਮੇਸ਼ਰ ਨੂੰ ਪਾ ਲਿਆ। ਸਾਖਿਆਤਾ ਜਿਨ੍ਹਾਂ ਨੂੰ ਹੋ ਗਈ ਆ। ਅੱਠੀ ਬੇਪਰਵਾਹ। ਅੱਠੇ ਪੈਰ ਹੀ ਉਹ ਹਜੂਰ ਕਹਿੰਦੇ ਬੇਪਰਵਾਹ ਰਹਿੰਦੇ ਆ, ਬੇਖਾਹਸ਼ ਰਹਿੰਦੇ ਆ, ਨਹੀਂ ਤੇ ਝੋਰੇ ਹੀ ਜੀਵ ਨੂੰ ਲੱਗੇ ਰਹਿੰਦੇ ਆ। ਹਾਏ ਕਿਤੇ ਕੋਈ ਕਿਸੇ ਪ੍ਰਕਾਰ ਨੁਕਸਾਨ ਨਾ ਹੋ ਜੇ, ਚਿੰਤਾ ਹੀ ਨਹੀਂ ਖਹਿੜਾ ਛੱਡਦੀ। ਉਹ ਤਾਂ ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਖ ਸੁਆਮੀ। ਜਿਨ੍ਹਾਂ ਨੂੰ ਮਾਲਕ ਦਾ ਆਸਰਾ ਹੈ ਉਹ ਬੇਪਰਵਾਹ ਰਹਿੰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖ ਲਓ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਪਤਾ ਲੱਗਾ, ਅੰਮ੍ਰਿਤ ਵੇਲਾ ਸੀ, ਸਿੱਖਾਂ ਨੇ ਖਬਰ ਦਿੱਤੀ ਮਹਾਰਾਜ ਜੀ ਬਹੁਤ ਵੱਡੀ ਸੈਨਾ ਚੜ੍ਹ ਆਈ ਹੈ ਲਾਹੌਰ ਤੋਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉੱਠੇ ਤੇ ਮਹਾਰਾਜ ਦੇ ਜਾਗਣ ਦਾ ਹੀ ਵਕਤ ਸੀ, ਪਹਿਰ ਰਾਤ ਹੋ ਗਈ ਸੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਭਾਈ 500 ਸਿੱਖ ਘੋੜਿਆਂ ਤੇ ਚੜੇ ਰਹੋ, ਤਿਆਰ ਪਰ ਤਿਆਰ ਰਹੋ, ਤੇ 500 ਸਿੱਖ ਇਸ਼ਨਾਨ ਕਰ ਲਓ। ਤੇ ਫਿਰ ਜਦੋਂ ਇਸ਼ਨਾਨ ਕੀਤੇ ਤਿਆਰ ਪਰ ਤਿਆਰ ਹੋ ਜਾਣ ਤੇ ਉਹ ਪਹਿਲੇ ਫਿਰ ਇਸ਼ਨਾਨ ਕਰ ਲਓ। ਤੇ ਉਹ ਮਹਾਰਾਜ ਹੁਕਮ ਦੇ ਕੇ ਸਤਿਗੁਰਾਂ ਜੀ ਨੇ ਇਸ਼ਨਾਨ ਸੋਧਿਆ ਤੇ ਮਹਾਰਾਜ ਜੀ ਨੇਤਰ ਬੰਦ ਕਰਕੇ ਧਿਆਨ ਚ ਟਿਕ ਗਏ। ਸੱਚੇ ਪਾਤਸ਼ਾਹ ਸਿੱਖ ਜਿਹੜੇ ਵੇਖ ਰਹੇ ਸੀ ਕਿ ਇੰਨੀ ਫੌਜ ਚੜ੍ਹ ਆਈ ਹੈ, ਗੋਲਾਬਾਰੀ ਹੋਣ ਲੱਗ ਪਈ, ਮੁਗਲ ਖਾਨ ਉੱਥੇ ਗੋਲੀਆਂ ਦਾ ਮੀਂਹ ਵਰਨ ਲੱਗ ਪਿਆ। ਲੋਹਗੜ੍ਹ ਦੇ ਕਿਲੇ ਤੇ ਬੜੀ ਆਵਾਜ਼ ਵੀ ਆਉਂਦੀ ਸੀ, ਪਰ ਹਜੂਰ ਬਾਹਰਲੇ ਸਾਰੇ ਪਾਸਿਆਂ ਤੋਂ ਧਿਆਨ ਹਟਾ ਕੇ ਮਹਾਰਾਜ ਨਿਜ ਸਰੂਪ ਚ ਹੀ ਟਿਕ ਗਏ। ਇਹ ਨਿਰਭਉ ਸਰੂਪ ਸਤਿਗੁਰੂ ਜੀ ਨੇ ਆਪ ਦੇ ਸਿੱਖਾਂ ਨੂੰ ਗਰੀਬ ਨਵਾਜ ਨੇ ਦਾਤ ਦਿੱਤੀ ਹੈ। ਕਿੱਡਾ ਬਾਹਰੋਂ ਵਿਪਤਾ ਦਾ ਸਮਾਂ ਹੋਵੇ ਉਹ ਬੇਪਰਵਾਹ ਹੀ ਰਹਿੰਦੇ ਆ, ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ, ਖੌਫ ਨਹੀਂ ਹੁੰਦਾ। ਇਹ ਹਜੂਰ ਦੀ ਦਿੱਤੀ ਹੋਈ ਸਿੱਖਿਆ ਦੇ ਬਲ ਦਾ ਸਦਕਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਹੀ ਇਹ ਜਿਹਾ ਦ੍ਰਿੜਾਇਆ। ਨਾਮ ਦੀ ਅੰਦਰ ਸਾਧ ਸੰਗਤ ਜੀ ਜਿਹੜੀ ਕਣੀ ਹੈ ਨਾ ਉਹ ਡੋਲਣ ਨਹੀਂ ਦਿੰਦੀ, ਉਹ ਬੇਪਰਵਾਹ ਰੱਖਦੀ ਹੈ ਬ੍ਰਹਮ ਬੇਤੇ ਨੂੰ। ਹਜੂਰ ਕਹਿੰਦੇ ਅੱਠੇ ਪੈਰ ਹੀ
4 ਪਹਿਰ ਦਿਨ 4 ਪਹਿਰ ਰਾਤ ਉਹ ਬੇਪਰਵਾਹ ਰਹਿੰਦੇ ਆ। ਰਹਿਨ ਇਕੱਤੈ ਰੰਗ। ਕਿਉਂ ਬੇਪਰਵਾਹ ਰਹਿੰਦੇ ਆ? ਕਿਉਂਕਿ ਇੱਕ ਪਿਆਰ ਦੇ ਰੰਗ ਵਿੱਚ ਚਿੱਤ ਭਿੱਜਿਆ ਰਹਿੰਦਾ ਹੈ, ਵਾਹਿਗੁਰੂ ਦੇ ਵਿੱਚ ਉਹਨਾਂ ਦਾ ਮਨ ਲੱਗਾ ਰਹਿੰਦਾ, ਇਸ ਕਰਕੇ ਬੇਖਾਸ਼ ਰਹਿੰਦੇ ਆ, ਬੇਪਰਵਾਹ ਰਹਿੰਦੇ ਆ। ਦਰਸ਼ਨ ਰੂਪ ਅਥਾਹ। ਜਿਹੜਾ ਵਾਹਿਗੁਰੂ ਜੀ ਦਾ ਦਰਸ਼ਨਾਂ ਦਾ ਸਰੂਪ ਹੈ ਨਾ ਮਹਾਰਾਜ ਜੀ ਦਾ, ਉਹ ਸਾਧ ਸੰਗਤ ਜੀ ਅਥਾਹ ਹੈ, ਉਸ ਦਾ ਥਾ ਨਹੀਂ ਪਾਇਆ ਜਾ ਸਕਦਾ। ਐਸੇ ਜਿਹੜੇ ਬੇਅੰਤ ਸਰੂਪ ਦੇ ਦਰਸ਼ਨ ਹਨ ਵਿਰਲੇ ਪਾਈਐ। ਹਜੂਰ ਕਹਿੰਦੇ ਵਿਰਲੇ ਵਿਰਲੇ ਪਾਉਂਦੇ ਆ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹਰੇਕ ਨੂੰ ਉਹ ਜਿਹੜੇ ਦਰਸ਼ਨ ਮੰਨਾ ਉਹ ਪ੍ਰਾਪਤ ਨਹੀਂ ਹੁੰਦੇ, ਜਿਉਂ ਕਿ ਜਿਹਨੂੰ ਦਰਸ਼ਨ ਪ੍ਰਾਪਤ ਹੋ ਜਾਂਦੇ ਆ ਨਾ, ਫਿਰ ਦਰਸ਼ਨਾਂ ਤੋਂ ਛੋਟੋਂ ਨੂੰ ਕੋਈ ਹੋਰ ਇੱਛਾ ਨਹੀਂ ਰਹਿੰਦੀ ਹੈ। ਇਹੋ ਜਿਹਾ ਉਹ ਦਰਸ਼ਨ ਹੈ ਜਿਹਦਾ ਥਾ ਨਹੀਂ ਪਾਇਆ ਜਾ ਸਕਦਾ। ਬੇਅੰਤ ਸਰੂਪ ਦੇ ਦਰਸ਼ਨ ਵੀ ਬੇਅੰਤ ਵੈ, ਉਹਨਾਂ ਦਰਸ਼ਨਾਂ ਦੀ ਬਾਬਤ ਵੀ ਦੱਸਿਆ ਨਹੀਂ ਜਾ ਸਕਦਾ ਕਿ ਸਰੂਪ ਕਿਹੋ ਜਿਹਾ ਹੈ। ਹਜੂਰ ਕਹਿੰਦੇ ਭਾਈ ਵਿਰਲੇ ਗੁਰਸਿੱਖ ਜਿਹੜੇ ਗੁਰਮੁਖ ਵੈ ਉਹ ਪਾਉਂਦੇ ਆ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ। ਕਰਮ ਪੂਰੈ ਪੂਰਾ ਗੁਰੂ। ਜਦੋਂ ਕਰਮ ਪੂਰੀ ਬਖਸ਼ਿਸ਼ ਹੋਵੇ ਨਾ ਤੇ ਉਦੋਂ ਪੂਰੇ ਗੁਰੂ ਜੀ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਇਹ ਐਡੇ ਜ਼ਿਆਦੇ ਪੁੰਨ ਕਰਮ ਕੀਤੇ ਹੋਣ ਤੇ ਫਿਰ ਵਾਹਿਗੁਰੂ ਜੀ ਦੀ ਕਰਮ ਪੂਰੀ ਬਖਸ਼ਿਸ਼ ਹੋਵੇ ਤੇ ਪੂਰੇ ਗੁਰੂ ਜੀ ਦੇ ਸਨਮੁਖ ਆਈਦਾ। ਕਿਉਂਕਿ ਜਦੋਂ ਸੂਰਜ ਦੇ ਸਨਮੁਖ ਹੋਈਏ ਨਾ ਤੇ ਹੋ ਸਕਦਾ ਕਿ ਚਾਨਣ ਨਾ ਪਵੇ। ਇਉਂ ਹੀ ਹੈ ਪੂਰੇ ਗੁਰੂ ਜੀ ਦਾ ਦਰਸ਼ਨ। ਜਦੋਂ ਪੂਰੇ ਗੁਰੂ ਜੀ ਦੇ ਸਾਹਮਣੇ ਆ ਕੇ ਸਿੱਖ ਖਲੋਂਦਾ ਤੇ ਹਜੂਰ ਦੀ ਨਿਗਾਹ ਪੈਂਦੀ ਹੈ, ਫਿਰ ਕਿਵੇਂ ਹੋ ਸਕਦਾ ਕਿ ਸਿੱਖ ਦੇ ਪਾਪ ਨਾ ਝੜਨ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਜਦ ਦੋਵੇਂ ਹੱਥ ਜੋੜ ਕੇ ਸਿੱਖ ਭਾਵਨਾ ਸਹਿਤ ਖਲੋ ਜਾਂਦਾ ਨਾ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਨਿਗਾਹ ਪੈਂਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿਗਾਹ ਪੈਣੀ ਕੀ ਹੈ? ਸਤਿਗੁਰੂ ਜੀ ਦੀ ਬਾਣੀ ਦਾ ਦਿਲ ਤੇ ਅਸਰ ਹੋਣਾ। ਜਿਹੜਾ ਮਹਾਰਾਜ ਦਾ ਉਪਦੇਸ਼ ਦਾ ਅਸਰ ਜਦੋਂ ਮਨ ਕਬੂਲਦਾ ਹੈ ਨਾ, ਇਹ 10 ਪਾਤਸ਼ਾਹੀਆਂ ਦੀ ਨਿਗਾਹ ਪੈਂਦੀ ਹੈ। ਫਿਰ ਜਦੋਂ 10 ਪਾਤਸ਼ਾਹੀਆਂ ਦੀ ਨਿਗਾਹ ਪੈਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੂਪ ਵਿੱਚ, ਫਿਰ ਤਾਂ ਸਾਧ ਸੰਗਤ ਜੀ ਉਹ ਸਿੱਖ ਨਿਹਾਲ ਹੁੰਦੇ ਚਲੇ ਜਾਂਦੇ ਆ। ਦਿਨ ਪਰ ਦਿਨ ਉਹਨਾਂ ਦਾ ਮਨ ਸਵੱਛ ਹੁੰਦਾ ਹੈ, ਪਵਿੱਤਰ ਹੁੰਦਾ ਹੈ, ਕਮਾਈ ਕਰਦੇ ਆ। ਇਉਂ ਪੌੜੀਆਂ ਚੜ੍ਹਦੇ ਚੜ੍ਹਦੇ ਫਿਰ ਬ੍ਰਹਮ ਰੂਪ ਹੁੰਦੇ ਆ। ਹਜੂਰ ਕਹਿੰਦੇ ਆ ਪੂਰੀ ਬਖਸ਼ਿਸ਼ ਵੈ। ਫਿਰ ਪੜੋ ਕਰਮ ਪੂਰੈ ਪੂਰਾ ਗੁਰੂ। ਪੂਰੇ ਨਿਸ਼ਕਾਮ ਕਰਮ ਕੀਤੇ ਹੋਣ ਪਿਛਲੇ ਜਨਮ ਦੇ ਅੰਦਰ, ਫਿਰ ਪੂਰੇ ਗੁਰੂ ਜੀ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਪੂਰਾ ਜਾ ਕਾ ਬੋਲ। ਤੇ ਪੂਰੇ ਗੁਰੂ ਜੀ ਦਾ ਨਾ ਪੂਰਾ ਜਾ ਕਾ ਬੋਲ, ਉਹਨਾਂ ਦਾ ਜਿਹੜਾ ਬੋਲ ਉਪਦੇਸ਼ ਵਾ ਨਾ ਉਹ ਵੀ ਪੂਰਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਵੀ ਪੂਰੇ ਸਤਿਗੁਰੂ ਜੀ ਦੀ ਕੀਤੀ ਹੋਈ। ਸਾਧ ਸੰਗਤ ਜੀ ਬਾਣੀ ਅਧੂਰੀ ਨਹੀਂ। ਮਹਾਰਾਜ ਦਾ ਕਿਹਾ ਹੋਇਆ ਬੋਲ ਹੈ ਨਾ, ਇਹ ਸਤਿਗੁਰੂ ਜੀ ਦੇ ਵਾਕ ਹਨ ਨਾ, ਧੁਰ ਕੀ ਬਾਣੀ। ਇਸ ਕਰਕੇ ਕੋਈ ਕਹਿ ਦਿੰਦੇ ਆ ਜੀ ਵਾਰ ਦੇ ਅਖੀਰ 'ਚ ਸੁੱਧ ਲਿਖਿਆ, ਇਹ ਤਾਂ ਸਮਝਾਇਆ ਹੀ ਹੈ ਕਿ ਇਸ ਕਰਕੇ ਪੜ੍ਹਨਾ ਨਹੀਂ ਚਾਹੀਦਾ। ਨਹੀਂ, ਜਿਹੜਾ ਸਤਿਗੁਰਾਂ ਲਿਖਿਆ ਭਾਈ ਉਹ ਪੜ੍ਹਨਾ ਹੀ ਚਾਹੀਦਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਪੂਰੇ ਸਤਿਗੁਰੂ ਦਾ ਕੀਤਾ ਹੋਇਆ ਸਭ ਕੁਝ ਪੂਰਾ ਹੀ ਹੈ। ਇਸ ਕਰਕੇ ਕਈ ਸੋਚਦੇ ਆ ਇੱਥੇ ਮਹਾਰਾਜ ਨੂੰ ਭੁਲੇਖਾ ਲੱਗ ਗਿਆ, ਬਿੰਦੀ ਲਾ ਦੇਣੀ ਚਾਹੀਦੀ ਹੈ, ਇੱਥੇ ਨਹੀਂ ਕੰਨਾ ਲਾਇਆ ਲਾਉਣਾ ਚਾਹੀਦਾ ਹੈ। ਇਉਂ ਕਈ ਬਾਣੀ ਤੇ ਕਿੰਤੂ ਕਰਨ ਲੱਗ ਪੈਂਦੇ ਆ। ਮਹਾਰਾਜ ਕਹਿੰਦੇ ਪੂਰਾ ਜਾ ਕਾ ਬੋਲ, ਪੂਰੇ ਗੁਰੂ ਜੀ ਦਾ ਕਿਹਾ ਹੋਇਆ ਬੋਲ, ਦਿੱਤਾ ਹੋਇਆ ਆਵਾਜ਼ਾ, ਇਹ ਬਾਣੀ ਰੂਪ ਮਹਾਰਾਜ ਕਹਿੰਦੇ ਭਾਈ ਇਹ ਵੀ ਪੂਰਾ ਹੀ ਹੈ। ਸਤਿਗੁਰੂ ਦਾ ਉਪਦੇਸ਼ ਵੀ ਪੂਰਾ ਹੀ ਹੈ, ਕਿਸੇ ਪਾਸਿਓਂ ਘੱਟ ਨਹੀਂ, ਕੋਈ ਊਣਾ ਨਹੀਂ ਹੈ। ਨਾਨਕ ਪੂਰਾ ਜੇ ਕਰੇ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਜੇ ਮੇਰਾ ਵਾਹਿਗੁਰੂ ਹੀ ਜੀਵ ਨੂੰ ਜਦੋਂ ਪੂਰਿਆਂ ਕਰਦਾ ਹੈ ਕਮਾਈ ਦੇ ਅੰਦਰ, ਘਟੈ ਨਾਹੀ ਤੋਲ। ਫਿਰ ਸਾਧ ਸੰਗਤ ਜੀ ਉਹ ਤੋਲ ਦੇ ਅੰਦਰ ਘਟਦਾ ਨਹੀਂ, ਫਿਰ ਤਾਂ ਉਹ ਬ੍ਰਹਮ ਰੂਪ ਹੀ ਹੋ ਜਾਂਦਾ ਹੈ। ਜਿਹੜੇ ਤੋਲ ਦੇ ਅੰਦਰ ਘਟਾਉਣ ਵਾਲੀਆਂ ਚੀਜ਼ਾਂ ਨਾ ਉਹ ਮਾਇਆ ਤੋਂ ਪੈਦਾ ਹੁੰਦੀਆਂ ਸਾਰੀਆਂ। ਜਦੋਂ ਫੁਰਨਾ ਆ ਜੇ ਕਿਸੇ ਪ੍ਰਕਾਰ ਦਾ, ਸਮਝੋ ਫਿਰ ਬ੍ਰਹਮ ਰੂਪੀ ਤੋਲ ਵਿੱਚ ਘਟ ਜਾਏਗਾ, ਫਿਰ ਪੂਰਾ ਨਹੀਂ ਪੈਂਦਾ ਪਰਮੇਸ਼ਰ ਨਾਲ। ਜਦੋਂ ਕੋਈ ਵਾਸ਼ਨਾ ਸੂਖਸ਼ਮ ਮਾਤਰ ਹੀ ਭਾਵੇਂ ਰਹਿ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਘਟੈ ਨਾਹੀ ਤੋਲ। ਹਜੂਰ ਕਹਿੰਦੇ ਜਦੋਂ ਤੋਲਦੇ ਆ ਨਾ ਪੂਰੇ ਸਤਿਗੁਰੂ ਜੀ, ਫਿਰ ਉਹ ਸਿੱਖ ਘਟਦੇ ਨਹੀਂ ਹਨ ਤੋਲ ਦੇ ਅੰਦਰ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪੂਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਤੋਲਿਆ ਸੀ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ
ਤੇ ਫਿਰ ਤੋਲ ਚ ਕੌਣ ਉਤਰਿਆ ਸੀ ਪੂਰਾ? ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸ ਤੋਲ ਚ ਪੂਰੇ ਉਤਰੇ ਸੀ ਸੱਚੇ ਪਾਤਸ਼ਾਹ। ਫਿਰ ਘਟਦਾ ਨਹੀਂ ਸਾਧ ਸੰਗਤ ਜੀ, ਜਦੋਂ ਗੁਰੂ 10ਵੇਂ ਪਾਤਸ਼ਾਹ ਨੇ ਤੋਲਿਆ ਸੀ ਸਿੱਖੀ ਨੂੰ, ਸਮਾਂ ਆਇਆ ਤਾਂ ਮਹਾਰਾਜ ਕਿਹਾ ਭਈ ਹੁਣ ਤੋਲਣ ਦਾ ਵਕਤ ਹੈ, ਆ ਪੰਥ ਦਾ ਨੀਂਹ ਪੱਥਰ ਰੱਖਣਾ ਹੈ ਤੇ ਉਹ ਸਿਰਾਂ ਤੇ ਰੱਖਣਾ ਸੀ ਸੱਚੇ ਪਾਤਸ਼ਾਹ ਨੇ। ਇਸ ਕਰਕੇ ਮਹਾਰਾਜ ਨੇ ਚੱਕ ਲਿਆ ਉਹ ਤਰਾਜੂ ਗੁਰੂ ਨਾਨਕ ਸਾਹਿਬ ਜੀ ਨੇ ਫਿਰ 10ਵੇਂ ਜਾਮੇ ਚ, ਤੇ ਜਦੋਂ ਸਤਿਗੁਰਾਂ ਨੇ ਤੋਲਣ ਵਾਸਤੇ ਕੱਢੀ ਸ੍ਰੀ ਸਾਹਿਬ ਤੇ ਫਿਰ ਸਾਧ ਸੰਗਤ ਜੀ ਉਦੋਂ ਬਹੁਤ ਸਾਰਾ ਦੀਵਾਨ ਵਿਹਲਾ ਹੋ ਗਿਆ ਸੀ। ਉਹ 5 ਪਿਆਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਰਾਜੂ ਵਿੱਚ ਤੁਲ ਗਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਫਿਰ ਭਾਈ ਤੋਲ ਵਿੱਚ ਘਟੀਦਾ ਨਹੀਂ, ਜਦੋਂ ਗੁਰੂ ਸਾਹਿਬ ਜੀ ਨੂੰ ਸਭ ਕੁਝ ਹੀ ਆਪਣਾ ਅਰਪਣ ਕਰ ਦਈਏ। ਪੌੜੀ ਦੁਆਰਾ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਹਨ, ਸ਼ਬਦ ਦੀ ਸੰਪੂਰਨਤਾ ਕਰਦੇ ਹੈ। ਇਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਜਿਹੜਾ ਮਹੱਲਾ ਹੈ ਨਾ, ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਥੇ ਲਿਖਾਇਆ ਹੈ, ਕਿਉਂਕਿ ਜਿਹੜਾ ਇਹ ਪ੍ਰਕਰਨ ਹੈ ਸ਼ਬਦ ਦਾ, ਸਤਿਗੁਰਾਂ ਜੀ ਨੇ ਜੋ ਦੱਸਿਆ ਬੰਦਗੀ ਦਾ ਸਮਾਂ, ਪੁਰਖਾਂ ਦੀ ਨਿਸ਼ਾਨੀ, ਤੇ ਇਹ ਸਾਧ ਸੰਗਤ ਜੀ ਇਸ ਦੇ ਨਾਲ ਇਹ ਮੇਲ ਖਾਂਦਾ ਪ੍ਰਕਰਨ ਦੇ ਵਿੱਚ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਥੇ ਗੁਰੂ ਅੰਗਦ ਸਾਹਿਬ ਜੀ ਦਾ ਇਹ ਮਹੱਲਾ ਸਤਿਗੁਰਾਂ ਜੀ ਨੇ ਸ਼ਬਦ ਅੰਦਰ ਧਰ ਕੇ ਤੇ ਪੌੜੀ ਅੱਗੇ ਹਜੂਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜਿਹੜੀ ਹੈ ਲਿਖਾਉਂਦੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਜਾ ਤੂੰ ਤਾਂ ਕਿਆ ਹੋਰ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਦੋਂ ਪ੍ਰੀਤ ਪੈ ਜਾਂਦੀ ਹੈ ਨਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਾਂ ਤੂੰ ਤਾਂ ਕਿਆ ਹੋਰ, ਜਾਂ ਮਹਾਰਾਜ ਤੂੰ ਹੀ ਮੇਰੇ ਵੱਲ ਹੈ ਤਾਂ ਮੈਨੂੰ ਹੋਰ ਕਿਸੇ ਫਿਰ ਜੰਤਰ ਮੰਤਰ ਦੇਵੀ ਦੇਵਤੇ ਦੀ ਕੀ ਲੋੜ ਹੈ, ਮੈਨੂੰ ਹੋਰ ਕਿਸੇ ਦੀ ਕੋਈ ਲੋੜ ਨਹੀਂ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੌਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਮਹਾਰਾਜ ਜਾਂ ਤੂੰ ਮੇਰੇ ਵੱਲ ਹੈ, ਜਦੋਂ ਤੂੰ ਹੀ ਸਿਰ ਤੇ ਖੜਾ ਹੈ ਤੇ ਫਿਰ ਮੈਨੂੰ ਤਾਂ ਕਿਆ ਹੋਰ, ਤਾਂ ਮੈਨੂੰ ਕਿਸੇ ਹੋਰ ਦੀ ਕੀ ਲੋੜ ਹੈ। ਜਿਹੜੇ ਕਦੀ ਕਿਸੇ ਕੋਲੋਂ ਮੰਗ ਲੈ, ਕਦੀ ਕਿਸੇ ਕੋਲੋਂ ਮੰਗ ਲੈ, ਬ੍ਰਹਮ ਬੇਤੇ ਦੀ ਇਹ ਪ੍ਰੀਤ ਵਾਲੇ ਦੀ ਅਵਸਥਾ ਨਹੀਂ ਹੁੰਦੀ। ਕਹਿੰਦੇ ਮਹਾਰਾਜ ਜਾਂ ਤੂੰ ਹੀ ਮੇਰੇ ਵੱਲ ਖੜਾ ਹੈ ਤੇ ਫਿਰ ਮੈਨੂੰ ਹੋਰ ਕਿਸੇ ਦੀ ਲੋੜ ਹੀ ਕੀ ਹੈ। ਤੇ ਜਿਹਨੂੰ ਪੂਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਐ, ਉਹਨੂੰ ਫਿਰ ਸੱਚਮੁੱਚ ਕਿਸੇ ਹੋਰ ਦੀ ਲੋੜ ਰਹਿ ਵੀ ਨਹੀਂ ਜਾਂਦੀ। ਜਾਂ ਤੂੰ ਤਾਂ ਕਿਆ ਹੋਰ, ਜਾਂ ਤੂੰ ਮਹਾਰਾਜ ਮੇਰੇ ਸਿਰ ਤੇ ਸਮਰੱਥ ਖੜਾ ਹੈ, ਆਪਣਾ ਹੱਥ ਮੇਰੇ ਸੀਸ ਤੇ ਧਰਿਆ, ਤਾਂ ਮੈਨੂੰ ਹੋਰ ਕਿਸੇ ਦੀ ਕੀ ਲੋੜ ਹੈ। ਮੈਂ ਸੱਚ ਸੁਣਾਈ ਹੈ ਮਹਾਰਾਜ, ਮੈਨੂੰ ਤਾਂ ਸੱਚਾ ਨਾਮ ਹੀ ਸੁਣਾਓ, ਇਹ ਹੀ ਸਾਡੀ ਆਸ ਹੈ, ਇਹ ਹੀ ਸਾਡੀ ਬੇਨਤੀ ਹੈ। ਆਪ ਦਾ ਸੱਚਾ ਨਾਮ ਹੀ ਮਹਾਰਾਜ ਸਾਡੇ ਕੰਨਾਂ ਵਿੱਚ ਸੁਣਾਓ। ਇਹ ਕਿਰਪਾ ਕਰੋ ਮਹਾਰਾਜ, ਮੈਂ ਸੱਚ ਸੁਣਾਈ ਹੈ। ਮਹਾਰਾਜ ਮੈਂ ਮੇਰੇ ਗਰੀਬ ਤੇ ਬਖਸ਼ਿਸ਼ ਕਰੋ ਕਿ ਮੈਂ ਸੱਚਾ ਨਾਮ ਹੀ ਸੁਣਾ ਤੇ ਦੂਸਰਿਆਂ ਨੂੰ ਵੀ ਸੱਚਾ ਨਾਮ ਹੀ ਸੁਣਾਵਾਂ। ਇਹ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ। ਮੁੱਠੀ ਧੰਦਾ ਚੋਰ। ਹਜੂਰ ਕਹਿੰਦੇ ਜਿਹੜੇ ਭਾਈ ਧੰਦਿਆਂ ਰੂਪੀ ਚੋਰਾਂ ਨੇ, ਜਿਨ੍ਹਾਂ ਦੀ ਬਿਰਤੀ ਨੂੰ ਮੁੱਠ ਲਿਆ, ਭਾਵ ਚੁਰਾ ਲਿਆ ਹੈ, ਵਕਾਰਾਂ ਰੂਪੀ ਚੋਰਾਂ ਨੇ ਮਹਾਰਾਜ ਕਹਿੰਦੇ ਚੁਰਾ ਲਿਆ, ਉਹ ਧੰਦਿਆਂ 'ਚ ਹੀ ਫਸੇ ਰਹਿੰਦੇ ਆ। ਮਹਿਲ ਨਾ ਪਾਈਐ। ਸਰੂਪ ਰੂਪੀ ਮਹਿਲ ਨੂੰ ਪਾ ਹੀ ਨਹੀਂ ਸਕਦੇ, ਅੰਦਰ ਨੂੰ ਬਿਰਤੀ ਵੜਦੀ ਨਹੀਂ, ਬਾਹਰ ਵੱਲ ਵੇਖਦੇ ਰਹਿੰਦੇ ਆ, ਫਲਾਨਾ ਕੀ ਕਰਦਾ ਹੈ, ਲੈ ਉਹਨੂੰ ਕੀ ਲੱਗਾ ਜੇ ਇੰਨੇ ਪਾਪ ਕਰ ਲਏ ਫਿਰ ਵੀ ਬੜਾ ਲੀਡਰ ਬਣਿਆ ਤੇ ਸਾਨੂੰ ਕੀ ਲੱਗ ਚੱਲਿਆ। ਬਾਹਰ ਨੂੰ ਹੀ ਵੇਖਦੇ ਰਹਿੰਦੇ ਆ, ਅੰਦਰ ਨੂੰ ਹਜੂਰ ਕਹਿੰਦੇ ਸੁਰਤ ਮੁੜਦੀ ਨਹੀਂ। ਇਉਂ ਵਕਾਰਾਂ ਰੂਪੀ ਚੋਰਾਂ ਨੇ ਸੁਰਤ ਨੂੰ ਚੁਰਾ ਲਿਆ ਹੈ, ਧੰਦਿਆਂ 'ਚ ਮਨ ਖੱਚਤ ਰਹਿੰਦਾ ਹੈ। ਤੇ ਉਹ ਸਤਿਗੁਰੂ ਜੀ ਕਹਿੰਦੇ ਹਨ, ਇਹਨੇ ਚਿੱਤ ਕਠੋਰ। ਪਿਛਲੀ ਪੰਕਤੀ ਫਿਰ ਪੜਿਓ। ਮੁੱਠੀ ਧੰਦਾ ਚੋਰ। ਮੁੱਠੀ ਠੱਗੀ ਗਈ ਆ ਉਹਨਾਂ ਦੀ ਬਿਰਤੀ। ਮਹਾਰਾਜ ਕਹਿੰਦੇ ਧੰਦਿਆਂ ਰੂਪੀ ਵਕਾਰਾਂ ਰੂਪੀ ਚੋਰਾਂ ਨੇ ਚੁਰਾ ਲਈ ਆ। ਮਹਿਲ ਨਾ ਪਾਈਐ। ਸਰੂਪ ਰੂਪੀ ਮਹਿਲ ਨੂੰ ਨਹੀਂ ਪਾ ਸਕਦੇ। ਅਸਲ ਸਰੂਪ ਕੀ ਹੈ ਸਾਡਾ ਉਹਨਾਂ ਨੂੰ ਪਤਾ ਨਹੀਂ ਲੱਗਦਾ, ਦੇਹ 'ਚ ਹੀ ਫਸੇ ਰਹਿੰਦੇ ਆ। ਇਹਨੇ ਚਿੱਤ ਕਠੋਰ। ਹਜੂਰ ਫਰਮਾਉਂਦੇ ਆ, ਇਹਨਾਂ ਚਿੱਤ ਕਠੋਰ, ਇਹਨਾਂ ਕਰਕੇ ਚਿੱਤ ਕਠੋਰ ਰਹਿੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ। ਇਹਨਾਂ ਦੀ ਕਿਰਪਾ ਦ੍ਰਿਸ਼ਟੀ ਹੈ ਕਿ ਚਿੱਤ ਨੂੰ ਨਰਮ ਨਹੀਂ ਹੋਣ ਦਿੰਦੇ। ਇਹੀ ਮਿਹਰਬਾਨਗੀ ਕਰਦੇ ਐ, ਨਾ ਇਹ ਕਥਾ ਵਿੱਚ ਮਨ ਲੱਗਣ ਦਿੰਦੇ ਐ, ਨਾ ਇਹ ਕੀਰਤਨ 'ਚ ਮਨ ਲੱਗਣ ਦਿੰਦੇ ਐ, ਨਾ ਕਿਸੇ ਅਬਲਾ ਤੇ ਨਾ ਕਿਸੇ ਗਰੀਬ ਤੇ ਦਇਆ ਹੀ ਆਉਣ ਦਿੰਦੇ। ਚਿੱਤ ਨੂੰ ਕਠੋਰ ਕਰ ਛੱਡਿਆ ਕਾਮ ਕ੍ਰੋਧ ਨੇ। ਮਹਾਰਾਜ ਕਹਿੰਦੇ ਇਹਨਾਂ ਨੇ ਜਿਹੜੀ ਹੈ ਮਿਹਰਬਾਨਗੀ ਕੀਤੀ ਹੈ, ਚਿੱਤ ਦੇ ਉੱਤੇ ਬਾਹਲਾ ਹੀ ਸਖਤ ਜਿਹੜਾ ਹੈ ਹਿਰਦਾ ਬਣਿਆ ਰਹਿੰਦਾ ਹੈ, ਕਠੋਰ ਬਣਿਆ ਰਹਿੰਦਾ ਹੈ। ਸੇਵ ਗਵਾਈ ਹੈ। ਤੇ ਕੀਤੀ ਸੇਵਾ ਵੀ ਸਾਰੀ ਗਵਾਚ ਜਾਂਦੀ ਹੈ।
ਸੇਵਾ ਕੀਤੀ ਨਾ ਗੁਰੂ ਘਰ ਆ ਕੇ, ਪਰ ਜੇ ਵਾਸ਼ਨਾ ਮਨ ਦੇ ਅੰਦਰ ਗੇੜਾ ਲਾ ਗਈ ਤੇ ਫਿਰ ਸੇਵਾ ਜਿਹੜੀ ਹੈ ਮਤ ਥੋੜੀ ਸੇਵ ਗਵਾਈ ਹੈ। ਇੱਥੇ ਕ੍ਰੋਧ ਕੀਤਾ ਆ ਕਰਕੇ ਕਿਸੇ ਦੇ ਪਲਟਾ ਹੀ ਚੱਕ ਮਾਰਿਆ, ਉਹਦਾ ਸਿਰ ਹੀ ਪਾੜ ਕੱਢਿਆ, ਤੇ ਕੀ ਸੇਵਾ ਲੱਗਣੀ ਹੈ। ਮਹਾਰਾਜ ਕਹਿੰਦੇ ਭਾਈ ਇਹਨਾਂ ਕਰਕੇ ਹੀ ਚਿੱਤ ਕਠੋਰ ਰਹਿੰਦਾ, ਤੇ ਕਠੋਰ ਚਿੱਤ ਨਾਲ ਕੀਤੀ ਹੋਈ ਸੇਵਾ ਗਵਾ ਲੈਂਦੇ ਆ। ਕਰਦੇ ਤੇ ਹਨ ਸੇਵਾ ਸਾਰੀ ਗਵਾਚ ਜਾਂਦੀ ਹੈ, ਚਿੱਤ ਨਹੀਂ ਨਰਮ ਹੁੰਦਾ। ਜੇ ਤੂੰ ਘਟ ਸੱਚ ਨਾ ਪਾਏ। ਮਹਾਰਾਜ ਨੇ ਫਰਮਾਇਆ ਕਿ ਜਿਤ ਘਟ, ਜਿਸ ਹਿਰਦੇ ਦੇ ਅੰਦਰ ਸੱਚਾ ਨਾਮ ਨਹੀਂ ਪਾਇਆ ਜਾਂਦਾ, ਸੋ ਭੰਨ ਕੜਾਈ ਐ। ਉਹ ਸਾਧ ਸੰਗਤ ਜੀ ਘੜਿਆਂ ਦੀ ਤਰ੍ਹਾਂ ਭੱਜਦੇ ਰਹਿੰਦੇ ਐ ਤੇ ਫਿਰ ਘੜੇ ਜਾਂਦੇ ਰਹਿੰਦੇ ਐ, ਭਾਵ ਜੰਮਦੇ ਰਹਿੰਦੇ ਐ ਤੇ ਮਰਦੇ ਰਹਿੰਦੇ ਐ। ਉਹਨਾਂ ਨੂੰ ਫਿਰ ਧਰਮ ਰਾਜਾ ਨਵੇਂ ਸਰੀਰ ਰੂਪੀ ਘੜੇ ਦੀ ਤਰ੍ਹਾਂ ਘੜ ਦਿੰਦਾ ਹੈ ਤੇ ਫਿਰ ਉਹਨਾਂ ਨੂੰ ਭੰਨਿਆ ਜਾਂਦਾ ਜਦੋਂ ਸਰੀਰ ਦੀ ਪਰਰਬਦ ਮੁੱਕਦੀ ਹੈ। ਸੋ ਭੰਨ ਕਢਾਈ ਹੈ, ਭੰਨੇ ਜਾਂਦੇ ਆ, ਘੜੇ ਜਾਂਦੇ ਆ, ਬਾਰ-ਬਾਰ ਜੂਨਾਂ 'ਚ ਹੀ ਪੈਂਦੇ ਰਹਿੰਦੇ ਆ ਜਿਸ ਹਿਰਦੇ ਦੇ ਅੰਦਰ ਸੱਚਾ ਨਾਮ ਨਹੀਂ ਵਸਦਾ। ਕਿਉਂ ਕਰ ਪੂਰਾ ਵਟ। ਮਹਾਰਾਜ ਕਹਿੰਦੇ ਭਾਈ ਜਦੋਂ ਪੂਰਾ ਵੱਟਾ ਸਤਿਗੁਰੂ ਜੀ ਪਾਉਂਦੇ ਨਾ ਆਪ ਦੇ ਉਪਦੇਸ਼ ਦਾ, ਤੇ ਫਿਰ ਉਹ ਜਿਹੜਾ ਸਾਧ ਸੰਗਤ ਜੀ ਪ੍ਰੀਤ ਵਿੱਚ ਪੂਰਾ ਨਹੀਂ ਹੁੰਦਾ, ਜਿਹੜਾ ਅਧੂਰਾ ਹੁੰਦਾ ਹੈ, ਕੇਵਲ ਬਾਹਰੋਂ ਹੀ ਸਿੱਖੀ ਦਾ ਦਿਖਾਵਾ ਹੀ ਧਾਰਨ ਕੀਤਾ, ਅੰਦਰ ਸਿੱਖੀ ਦਾ ਪ੍ਰੇਮ ਹੈ ਨਹੀਂ। ਦੱਸੋ ਫਿਰ ਸਤਿਗੁਰਾਂ ਦੇ ਪੂਰੇ ਉਪਦੇਸ਼ ਸਿੱਖਿਆ ਰੂਪੀ ਵੱਟੇ ਦੇ ਰੱਖਿਆ ਕਿਵੇਂ ਉਹ ਮਹਾਰਾਜ ਫਰਮਾਉਂਦੇ ਹਨ। ਕਿਉਂ ਕਰ ਪੂਰਾ ਵਟ ਤੋਲ ਤੁਲਾਈ ਹੈ। ਜਦੋਂ ਗੁਰੂ ਸਾਹਿਬ ਜੀ ਤੋਲ ਨੂੰ ਤੋਲ ਵਿੱਚ ਰੱਖ ਕੇ ਤੋਲਣ, ਤੱਕੜੀ ਵਿੱਚ ਰੱਖ ਕੇ ਤੋਲਣ, ਤੇ ਦੱਸੋ ਕਿਵੇਂ ਪੂਰਾ ਉਤਰ ਸਕਦਾ ਜਿਹਨੇ ਸਤਿਗੁਰਾਂ ਦੀ ਸਿੱਖਿਆ ਮਨ ਕਰਕੇ ਨਹੀਂ ਕਮਾਈ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੋਲਦੇ ਆ ਨਾ ਸੱਚੇ ਪਾਤਸ਼ਾਹ ਜੀ, ਉਦੋਂ ਫਿਰ ਸਾਧ ਸੰਗਤ ਜੀ ਉਹ ਕੱਚੇ ਸਿੱਖ ਕੋਲੋਂ ਕਾਹਨੂੰ ਪੂਰਾ ਉਤਰਿਆ ਜਾਂਦਾ ਹੈ, ਉਹ ਫਿਰ ਤੋਲ ਵਿੱਚ ਪੂਰੇ ਨਹੀਂ ਉਤਰਦੇ ਹਨ। ਫਿਰ ਪੜ੍ਹਦੇ ਹੋ ਕਿਉਂ ਕਰ ਪੂਰਾ ਵਟ। ਮਹਾਰਾਜ ਕਹਿੰਦੇ ਭਾਈ ਜਦੋਂ ਪੂਰਾ ਵੱਟਾ ਹੈ ਨਾ ਸਤਿਗੁਰਾਂ ਜੀ ਦੀ ਸਿੱਖਿਆ, ਉਹ ਮਹਾਰਾਜ ਕਹਿੰਦੇ ਭਾਈ ਉਸ ਦੇ ਤੋਲ ਦੇ ਅੰਦਰ ਕਿਉਂ ਕਰ ਕਿਵੇਂ ਕਰਕੇ ਪੂਰੇ ਉਤਰ ਸਕੀਦਾ ਜਦੋਂ ਪ੍ਰੇਮ ਨੀਰੇ ਦੇ ਵਿੱਚ ਲੱਗਾ ਏ। ਤੋਲ ਤੁਲਾਈ ਹੈ। ਜਦੋਂ ਗੁਰੂ ਸਾਹਿਬ ਜੀ ਤੋਲ ਤੱਕੜੀ ਵਿੱਚ ਤੋਲ ਲੈਣ ਫਿਰ ਪੂਰੇ ਨਹੀਂ ਉਤਰਿਆ ਜਾਂਦਾ। ਇਸੇ ਪ੍ਰਕਾਰ ਹੀ ਕਿਉਂ ਕਰ ਪੂਰਾ ਵਟ। ਇਹ ਸਾਧ ਸੰਗਤ ਜੀ ਜੇ ਕੋਈ ਪੂਰਾ ਹੈ ਸਿੱਖ, ਪ੍ਰੀਤ ਵਿੱਚ ਪੂਰਾ ਹੈ, ਤੇ ਜੇ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਦੇ ਨਾਲ ਉਸ ਨੂੰ ਜੇਕਰ ਤੋਲਣਾ ਚਾਹੀਏ ਤਾਂ ਤੋਲ ਤੁਲਾਈ ਹੈ। ਤੋਲ ਕਰਕੇ ਜੇ ਵੇਖਣਾ ਚਾਹੀਏ ਤੇ ਫਿਰ ਉਹ ਕਿਵੇਂ ਕਰਕੇ ਘਟ ਹੋ ਸਕਦਾ ਹੈ, ਘਟ ਨਹੀਂ ਹੋ ਸਕਦਾ। ਉਹ ਸਿੱਖ ਫਿਰ ਤੁਲ ਜਾਂਦੇ। ਅਗਲੀ ਪੰਕਤੀ ਵਿੱਚ ਮਹਾਰਾਜ ਦੱਸਦੇ ਆ ਕੋਈ ਨਾ ਆਖੈ ਘਟ। ਕੋਈ ਵੀ ਨਹੀਂ ਫਿਰ ਆਖ ਸਕਦਾ ਘਟ। ਕਿਵੇਂ ਆਖੇਗਾ ਦੱਸਦੇ ਹਨ। ਹਉਮੈ ਜਾਈਐ। ਜਦੋਂ ਅੰਦਰੋਂ ਹਉਮੈ ਹੀ ਚਲੀ ਜਾਂਦੀ ਹੈ ਫਿਰ ਕਿਵੇਂ ਘਟ ਸਕਦਾ ਤੋਲ ਵਿੱਚ। ਫਿਰ ਉਹ ਬ੍ਰਹਮ ਬੇਤੇ ਹੀ ਹੁੰਦੇ ਆ। ਫਿਰ ਉਹਨਾਂ ਨੂੰ ਕੋਈ ਨਾ ਆਖਾ ਘਟ, ਕੋਈ ਨਹੀਂ ਘਟ ਕਹਿੰਦਾ। ਕਹਿੰਦੇ ਮਹਾਰਾਜ ਤੁਸੀਂ ਤਾਂ ਨਿਰੰਕਾਰ ਸਰੂਪ ਹੀ ਹੋ, ਤੁਸੀਂ ਤਾਂ ਪਰਮੇਸ਼ਰ ਦਾ ਹੀ ਸਰੂਪ ਹੋ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹ ਉਹਨਾਂ ਨੂੰ ਸਾਧ ਸੰਗਤ ਜੀ ਦਾਤ ਪ੍ਰਾਪਤ ਹੁੰਦੀ ਹੈ। ਕੋਈ ਨਾ ਆਖਾ ਘਟ, ਕੋਈ ਉਹਨਾਂ ਨੂੰ ਘਟ ਨਹੀਂ ਕਹਿੰਦਾ। ਜਿਹਦੀ ਸਤਿਗੁਰੂ ਜੀ ਮਹਿਮਾ ਏਡੀ ਵੱਡੀ ਕਰ ਦਿੰਦੇ ਆ। ਭਾਈ ਨੰਦ ਲਾਲ ਜੀ ਵਰਗਿਆਂ ਨੂੰ ਕਹਿੰਦੇ ਮੇਰੇ ਬਰਾਬਰ ਬਹਿ ਨੰਦ ਲਾਲ ਆ ਤਖਤ ਤੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਵੱਡੀ ਵਡਿਆਈ ਏਡੀ ਕਰ ਦਿੰਦੇ ਆ, ਜਿਨ੍ਹਾਂ ਨੂੰ ਮਹਾਰਾਜ ਆਪ ਹੀ ਕਹਿੰਦੇ ਆ ਵਿਦਿਆ ਛੀਨਾ ਗੁਰੂ ਕਾ ਸੀਨਾ। ਐਡੀ ਵੱਡੀ ਵਡਿਆਈ ਕਰ ਦਿੰਦੇ ਆ ਤੇ ਕੋਈ ਨਾ ਆਖੇ ਘਟ, ਕੋਈ ਉਹਨਾਂ ਨੂੰ ਘਟ ਨਹੀਂ ਫਿਰ ਕਹਿ ਸਕਦਾ। ਸਿੱਖ ਵੀ ਉਹਨਾਂ ਦਾ ਐਡਾ ਸਤਿਕਾਰ ਕਰਦੇ। ਇਹ ਵੇਖੋ ਬਾਬਾ ਬੁੱਢਾ ਸਾਹਿਬ ਜੀ ਦਾ ਮਹਾਰਾਜ ਜੀ ਜਦੋਂ ਇੰਨਾ ਸਤਿਕਾਰ ਕਰਦੇ ਤੇ ਸਾਰੇ ਸਿੱਖ ਬਾਬਾ ਬੁੱਢਾ ਸਾਹਿਬ ਤੋਂ ਡਰਦੇ ਸੀ। ਮਹਾਰਾਜ ਵਰਗਾ ਸਤਿਕਾਰ ਸੀ ਬਾਬਾ ਬੁੱਢਾ ਸਾਹਿਬ ਦਾ, ਕੋਈ ਘਟ ਨਹੀਂ ਆਖ ਸਕਦਾ। ਉਹਨਾਂ ਨੂੰ ਸਤਿਗੁਰਾਂ ਜੀ ਦੇ ਬਰਾਬਰ ਹੀ ਸਿੱਖ ਜਿਹੜੇ ਸੀ ਸਾਧ ਸੰਗਤ ਜੀ ਸ਼ਰਧਾ ਨਾਲ ਉਹਨਾਂ ਦਾ ਬਚਨ ਮੰਨਦੇ। ਕਦੇ ਬਾਬਾ ਬੁੱਢਾ ਸਾਹਿਬ ਦੇ ਬਚਨ ਦੀ ਅਦੁੱਲੀ ਨਹੀਂ ਕੋਈ ਕਰਦਾ। ਕੋਈ ਨਾ ਆਖਾ ਘਟ। ਮਹਾਰਾਜ ਕਹਿੰਦੇ ਜਦੋਂ ਹਉਮੈ ਜਾਈ ਅੰਦਰੋਂ ਹਉਮੈ ਹੀ ਮਾਰ ਦਿੱਤੀ ਉਹਨਾਂ ਨੂੰ, ਫਿਰ ਘਟ ਨਹੀਂ ਕੋਈ ਕਹਿ ਸਕਦਾ। ਉਹ ਸਤਿਗੁਰੂ ਜੀ ਦਾ ਹੀ ਰੂਪ ਬਣ ਜਾਂਦੇ ਆ। ਲਈਨ ਖਰੇ ਪਰਖ। ਖਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਖ ਲੈਂਦੇ ਆ, ਕਿਉਂਕਿ ਪਰਖਣ ਵਾਲੇ ਸਤਿਗੁਰੂ ਹਨ, ਪਰਖਣ ਵਾਲੇ ਨਿਰੰਕਾਰ ਵਾਹਿਗੁਰੂ ਜੀ ਆਪ ਹਨ। ਮਹਾਰਾਜ ਖਰਿਆਂ ਨੂੰ ਪਰਖ ਲੈਂਦੇ ਆਪ। ਦਰ ਬੀਨਾਈਐ। ਤੇ ਆਪਣੇ ਦਰ ਦੇ ਅੰਦਰ ਬੀਨਾਈਐ ਹੁੰਦਾ ਚੁਣਨਾ। ਉਹ ਚੁਣੇ ਜਾਂਦੇ ਆ, ਮੁਖੀ ਕੱਢੇ ਜਾਂਦੇ ਆ। ਭਈ ਇਹ ਮਹਾਰਾਜ ਦੇ ਸੇਵਕ ਹੈ। ਦਰ ਬੀਨਾਈਐ
ਇਉਂ ਸਾਧ ਸੰਗਤ ਜੀ ਜਿਹੜਾ ਬੀਨਾ ਹੁੰਦਾ ਨਾ ਇਹਦਾ ਵੇਖਣਾ ਵੀ ਅਰਥ ਹੁੰਦਾ, ਜਿਵੇਂ ਦੂਰ ਬੀਨ, ਇਹ ਵੇਖਣ ਤੋਂ ਅਰਥ ਬਣਿਆ ਹੈ। ਉਹ ਸਾਧ ਸੰਗਤ ਰੂਪੀ ਦਰ ਦੇ ਅੰਦਰ ਬਿਨਾਈਆ ਵੇਖੇ ਜਾਂਦੇ ਹਨ। ਉਹ ਸੱਚਖੰਡ ਰੂਪੀ ਦਰਬਾਰ ਦੇ ਅੰਦਰ ਉਜਲ ਮੁਖ ਵਾਲੇ ਵੇਖੇ ਜਾਂਦੇ ਹਨ। ਮਹਾਰਾਜ ਕਹਿੰਦੇ ਭਾਈ ਇਹੋ ਜਿਹਾ। ਤੇ ਤੀਸਰਾ ਅਰਥ ਉਵੇਂ ਵੀ ਕਰਦੇ ਆ ਕਿ ਦਰਬੀ ਨਾਈ ਹੈ, ਜਿਹੜੀ ਦਰਬੀ ਕਹਿੰਦੇ ਕੜਛੀ ਨੂੰ। ਕੜਛੀ ਜਿਹੜੀ ਹੈ ਨਾ ਸਾਰੇ ਰਸਾਂ ਦੇ ਅੰਦਰ ਨਹਾਉਂਦੀ ਰਹਿੰਦੀ ਹੈ, ਕਦੇ ਖੀਰ ਚ ਡਬੋ ਦਿੰਦੇ ਆ, ਕਦੇ ਉਹਨੂੰ ਜਿਹੜਾ ਸਬਜੀ ਚ, ਕਦੇ ਦਾਲ ਚ, ਸਾਰਿਆਂ ਹੀ ਰਸਾਂ ਨੂੰ, ਪਰ ਸਾਰਿਆਂ ਨੂੰ ਪਰੋਸਦੀ ਆਪ ਨਿਰਲੇਪ ਹੀ ਰਹਿੰਦੀ ਹੈ। ਇਵੇਂ ਉਹ ਕੜਛੀ ਦੀ ਤਰ੍ਹਾਂ ਨਿਰਲੇਪ ਹੀ ਰਹਿੰਦੇ ਆ ਰਸਾਂ ਕਸਾਂ ਤੋਂ, ਉਹਨਾਂ ਨੂੰ ਕੋਈ ਰਸ ਕਸ ਨਹੀਂ। ਮਹਾਰਾਜ ਕਹਿੰਦੇ ਭਾਈ ਵੀ ਆਪ ਦਾ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਚੜ ਜਾਂਦੇ ਆ, ਪਰ ਜਿਹੜਾ ਪਾਠ ਹੈ ਨਾ ਉਹ ਦਰ ਬੀਨਾਈ ਹੀ ਹੈ। ਤੇ ਮਹਾਰਾਜ ਕਹਿੰਦੇ ਭਾਈ ਉਹ ਬੀਨੇ ਜਾਂਦੇ, ਭਾਵ ਚੁਣੇ ਜਾਂਦੇ ਆ, ਜਿਹੜੇ ਵੱਖ ਕੱਢ ਲਏ ਜਾਂਦੇ ਆ, ਜਿਹੜੇ ਦੂਜੇ ਹੁੰਦੇ ਆ ਮਿਲਾਵਟ ਵਾਲੇ ਉਹਨਾਂ ਨੂੰ ਵੱਖਰੇ ਕਰ ਦਿੱਤਾ ਜਾਂਦਾ ਹੈ। ਲਈਨ ਸੱਚ ਜਿਹੜੇ ਆ ਖਰੇ ਪਰਖ, ਫਿਰ ਪੰਕਤੀ ਪੜੋ। ਲਈਨ ਖਰੇ ਪਰਖ, ਜਿਹੜੇ ਖਰੇ ਆ ਬ੍ਰਹਮ ਬੇਤੇ ਆ ਉਹਨਾਂ ਨੂੰ ਮਹਾਰਾਜ ਪਰਖ ਕੇ ਆਪਣੇ ਖਜ਼ਾਨੇ 'ਚ ਹਜੂਰ ਪਾਉਂਦੇ ਆ। ਦਰ ਬਿਨਾਈਐ, ਦਰ ਦੇ ਅੰਦਰ ਬਿਨਾਈਏ ਚੁਣੇ ਜਾਂਦੇ ਆ, ਵੇਖੇ ਜਾਂਦੇ ਉਜਲ ਮੁਖ ਦੇ ਸਹਿਤ। ਸੌਦਾ ਇਕਤ ਹਟ, ਮਹਾਰਾਜ ਨਾਮ ਦਾ ਸੌਦਾ ਜਿਹਦੇ ਨਾਲ ਮੁਖ ਉਜਲਾ ਹੋ ਜਾਂਦਾ ਹੈ, ਇਹ ਕਿੱਥੋਂ ਮਿਲਦਾ ਹੈ? ਹਜੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕੋ ਹੀ ਸਾਧ ਸੰਗਤ ਰੂਪੀ ਹੱਟ ਵੈ, ਜਿੱਥੋਂ ਇਹ ਨਾਮ ਦਾ ਸੌਦਾ ਮਹਾਰਾਜ ਕਹਿੰਦੇ ਭਾਈ ਮਿਲਦਾ। ਸਤਿਗੁਰਾਂ ਜੀ ਨੇ ਵੇਖੋ ਪ੍ਰਤੱਖ ਵੀ ਹੱਟ ਮਹਾਰਾਜ ਜੀ ਨੇ ਚਲਾਈ, ਜਿੱਥੇ ਅੱਜ ਗੁਰਦੁਆਰਾ ਹੱਟ ਸਾਹਿਬ ਹੈ। ਉਹ ਪੱਥਰ ਬਹੁਤ ਅਮੋਲਕ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਕਰ ਕਮਲ ਲੱਗੇ ਹੋਏ ਆ। ਸਾਧ ਸੰਗਤ ਜੀ ਭਾਵੇਂ ਵੇਖੋ ਮਹਾਰਾਜ ਸਾਨੂੰ ਨਿਰੰਕਾਰ ਦੇ ਉਪਾਸ਼ਕ ਬਣਾਇਆ ਹੈ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੱਖੀਆਂ ਹੋਈਆਂ ਉਹ ਯਾਦਗਾਰਾਂ ਤੋਂ ਭਾਵੇਂ ਕਿ ਅਸੀਂ ਪੱਥਰ ਦੇ ਉਪਾਸ਼ਕ ਨਹੀਂ, ਪਰ ਉਹ ਪੱਥਰ ਵੀ ਧਨ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਹਸਤ ਕਮਲਾਂ ਨਾਲ ਪਰਸਿਆ ਏ। ਮਹਾਰਾਜ ਉਹਨਾਂ ਨੂੰ ਤਰਾਜੂ ਵਿੱਚ ਧਰਿਆ ਕਰਦੇ ਸੱਚੇ ਪਾਤਸ਼ਾਹ ਜੀ, ਤੇ 13-13 ਮਹਾਰਾਜ ਤੋਲਿਆ ਕਰਦੇ। ਉੱਥੇ ਮਹਾਰਾਜ ਨੇ ਜਿੱਥੇ ਰਸਤਾ ਵੰਡਤੀਆਂ ਨਾ 13-13 ਤੋਲ ਕੇ, ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਉੱਥੋਂ ਹੀ ਭਾਈ ਭਗੀਰਥ ਨੂੰ ਬ੍ਰਹਮ ਗਿਆਨ ਦੇਤਾ ਸੀ। ਹੱਟ ਤੇ ਬੈਠਿਆਂ ਨਹੀਂ, ਉਦੋਂ ਮਹਾਰਾਜ ਹੱਟ ਦੀ ਕਾਰ ਹੀ ਕਰਦੇ ਸੀ। ਜਦੋਂ ਭਾਈ ਮਨਸੁਖ ਲਾਹੌਰ ਦਾ ਵਪਾਰੀ ਆ ਗਿਆ ਸੀ ਚਰਨਾਂ ਵਿੱਚ, ਤੇ ਮਹਾਰਾਜ ਨੇ ਉਸ ਨੂੰ ਵੀ ਬ੍ਰਹਮ ਗਿਆਨ ਦੇਤਾ ਸੀ। ਇਹ ਅਸਲ ਵਿੱਚ ਸਾਧ ਸੰਗਤ ਰੂਪੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੱਟ ਵੈ ਗੁਰਸਿੱਖੋ, ਜਿੱਥੋਂ ਨਾਮ ਦਾ ਸੌਦਾ ਮਿਲਦਾ ਏ, ਪੂਰੇ ਗੁਰ ਪਾਈਐ। ਤੇ ਸਤ ਸੰਗਤ ਰੂਪੀ ਹੱਟ ਵਿੱਚ ਸਾਧ ਸੰਗਤ ਜੀ ਸ਼ਾਹੂਕਾਰ ਦੇਣ ਵਾਲੇ ਕੌਣ ਨੇ? ਪੂਰੇ ਗੁਰ ਪਾਈਐ। ਇੱਥੇ ਪੂਰੇ ਗੁਰੂ ਜੀ ਹੈ ਜਿਹੜੇ ਦਿੰਦੇ ਆ ਸੌਦਾ ਨਾਮ ਦਾ। ਨਾਮ ਦਾ ਪਦਾਰਥ ਦੇਣ ਵਾਲਾ ਕੋਈ ਹੋਰ ਨਹੀਂ, ਸਾਧ ਸੰਗਤ ਰੂਪੀ ਹੱਟ ਦੇ ਅੰਦਰ ਪੂਰੇ ਗੁਰੂ ਜੀ ਹੈ ਜਿਹੜਾ ਨਾਮ ਦਾ ਸੌਦਾ, ਨਾਮ ਦਾ ਪਦਾਰਥ ਦਿੰਦੇ ਆ। ਤੇ ਜਿਹੜੇ ਲੈਂਦੇ ਆ ਫਿਰ ਸਤਿਗੁਰਾਂ ਜੀ ਦੇ ਕੋਲੋਂ ਇਹ ਸਾਧ ਸੰਗਤ ਰੂਪੀ ਹੱਟ ਦੇ ਅੰਦਰ ਆ ਕਰਕੇ ਮਨ ਨੂੰ ਇਕਾਗਰ ਕਰਕੇ ਗੁਰੂ ਜੀ ਦੇ ਸ਼ਬਦ ਵਿੱਚ ਜੋੜਨਾ, ਇਹ ਲੈਣਾ ਹੈ ਸਾਧ ਸੰਗਤ ਜੀ। ਜਿਹੜੇ ਲੈਂਦੇ ਆ ਮਹਾਰਾਜ ਕੋਲੋਂ ਰੋਜ਼ ਆ ਕਰਕੇ ਮਹਾਰਾਜ ਸਾਨੂੰ ਨਾਮ ਦਾ ਪਦਾਰਥ ਦਿਓ, ਫਿਰ ਪੂਰੇ ਗੁਰੂ ਜੀ ਸ਼ਾਹੂਕਾਰ ਇੱਥੇ ਹੱਟ ਵਿੱਚ। ਇਹ ਤਾਂ ਕੋਈ ਕਮੀ ਨਹੀਂ, ਸਾਧ ਸੰਗਤ ਰੂਪੀ ਹੱਟ ਦੇ ਅੰਦਰ ਕਿਸੇ ਪਦਾਰਥ ਦੀ ਕਮੀ ਨਹੀਂ ਹੈ। ਇੱਥੇ ਤਾਂ ਭਾਈ ਸਾਹਿਬ ਜੀ ਨੇ ਲਿਖਿਆ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਰ ਭਾਨ ਕਿਰਨ ਠਰੂਰ ਹੈ। ਕਹਿੰਦੇ ਇੱਥੇ ਤਾਂ ਭਾਈ ਜੋ ਮਰਜ਼ੀ ਮੰਗ ਲਓ, ਗੁਰੂ ਨਾਨਕ ਸਾਹਿਬ ਦੀ ਸਾਧ ਸੰਗਤ ਰੂਪੀ ਹੱਟ ਦੇ ਅੰਦਰ ਸਭ ਕੁਝ ਹੀ ਚਾਰੇ ਹੀ ਪਦਾਰਥ ਵਰਦੇ ਹੈ, ਪਰ ਗੁਰਸਿੱਖ ਮਹਾਰਾਜ ਤੋਂ ਨਾਮ ਦਾ ਪਦਾਰਥ ਮੰਗਦੇ ਹੈ। ਪੂਰੇ ਗੁਰੂ ਜੀ ਮਹਾਰਾਜ ਫਿਰ ਸਿੱਖਾਂ ਨੂੰ ਨਿਹਾਲ ਕਰਦੇ ਹੈ ਨਾਮ ਦਾ ਪਦਾਰਥ ਦੇ ਕੇ। ਇਹ ਸਤਿਗੁਰਾਂ ਜੀ ਨੇ ਰਹਿਮਤ ਕੀਤੀ ਹੈ, ਸ਼ਬਦ ਸੰਪੂਰਨ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਹਜੂਰ ਦਾ ਪਵਿੱਤਰ ਉਪਦੇਸ਼ ਹਿਰਦੇ ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਲਈਨ ਖਰੇ ਪਰਖ, ਦਰਬੀ ਨਾਈਐ। ਸੌਦਾ ਇਕਤ ਹਟ, ਪੂਰੇ ਗੁਰ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ।